ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਲਤ ਪਦ ਛੰਦ ਜੋ ਖੱਚਰ ਤੀਰਨ ਸੰਗ ਲਾਦੀ, ਖਰੀ ਕਰੀ ਤਿਸ ਥਾਨਾ। ਨਿਕਟ ਤੁਰੰਗਮ ਠਾਡੋ ਕੀਨਸ, ਕਰ ਕਾਜੇ ਬਲਵਾਨਾ। ਜੋ ਖੱਚਰ ਤੀਰਨ ਸੰਗ ਲਾਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਜਗ ਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਸਤਸੰਗਤ ਦਾ ਇਹ ਪਵਿੱਤਰ ਸਮਾਂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਨਾਲ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ, ਚਮਕੌਰ ਸਾਹਿਬ ਜੀ ਦਾ ਸ਼ਹੀਦੀ ਸਾਕਾ, ਬਹੁਤ ਭਾਰੀ ਮਹਾਯੁੱਧ, ਇਸ ਦੀ ਪਵਿੱਤਰ ਕਥਾ ਆਓ ਮਨ ਬਾਣੀ ਸਰੀਰ ਕਰਕੇ ਇਕਾਗਰ ਹੋਈਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਕਾਰਾਂ ਦੀ ਕਥਾ ਸਰਵਣ ਕਰੀਏ। ਕੱਲ੍ਹ ਦੇ ਦਿਨ ਜੋ ਇਤਿਹਾਸ ਆਇਆ ਸੀ, ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬੂਰ ਮਾਜਰੇ ਤੋਂ ਸੱਚੇ ਪਾਤਸ਼ਾਹ ਜੀ ਨੇ ਜਲ ਛਕਿਆ, ਮੁਖ ਸਤਿਗੁਰਾਂ ਜੀ ਨੇ ਸਾਫ਼ ਕੀਤਾ ਤੇ ਜਿਨ੍ਹਾਂ ਸਿੰਘਾਂ ਨੂੰ ਜ਼ਰੂਰਤ ਸੀ ਉਹਨਾਂ ਨੇ ਵੀ ਜਲ ਛਕ ਲਿਆ, 5 ਇਸ਼ਨਾਨਾ ਕੀਤਾ। ਇੱਥੋਂ ਮਹਾਰਾਜ ਜੀ ਨੂੰ ਖਬਰ ਮਿਲੀ ਕਿ ਦਿੱਲੀ ਤੋਂ ਤਾਜ਼ਾ ਦਮ 10 ਲੱਖ ਫੌਜ ਚੜ੍ਹ ਕੇ ਆ ਰਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਨਾਂ ਨਾਲ ਫਿਰ ਨਿਰਣਾਇਕ ਯੁੱਧ ਕਰਨ ਲਈ ਇੱਥੋਂ ਮਹਾਰਾਜ ਜੀ ਨੇ ਚਮਕੌਰ ਸਾਹਿਬ ਦੀ ਦਿਸ਼ਾ ਵੱਲ ਨੂੰ ਘੋੜੇ ਦੀਆਂ ਵਾਗਾਂ ਮੋੜੀਆਂ। ਚਮਕੌਰ ਸਾਹਿਬ ਦਾ ਇਹ ਨਗਰ, ਜਿੱਥੇ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਵੀ ਇੱਕ ਛੋਟੀ ਲੜਾਈ ਲੜੀ ਸੀਗੀ। ਸੱਚੇ ਪਾਤਸ਼ਾਹ ਜੀ ਦਾ ਉਤਾਰਾ ਸੀ। ਇੱਕ ਪਠਾਨ ਨੇ ਸੱਚੇ ਪਾਤਸ਼ਾਹ ਜੀ ਦੇ ਉੱਪਰ ਅਚਨਚੇਤ ਆਪਣੀ ਫੌਜ ਸਮੇਤ ਹਮਲਾ ਬੋਲਿਆ ਸੀ। ਉਹ ਵੀ ਯੁੱਧ ਸਤਿਗੁਰਾਂ ਜੀ ਨੇ ਫਤਿਹ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਹਾਲਾਤਾਂ ਨੂੰ ਵੇਖਦੇ ਹੋਇਆਂ ਗਰੀਬ ਨਵਾਜ ਸਤਿਗੁਰਾਂ ਜੀ ਨੇ ਫਿਰ ਚਮਕੌਰ ਸਾਹਿਬ ਨਗਰ ਨੂੰ ਇਸ ਮਹਾਯੁੱਧ ਵਾਸਤੇ ਚੁਣਿਆ। ਹੌਲੀ ਹੌਲੀ ਸਿੰਘਾਂ ਸਮੇਤ ਸਤਿਗੁਰੂ ਜੀ ਬਾਗ ਵਿੱਚ ਆ ਕਰਕੇ ਉਤਾਰਾ ਕੀਤਾ। ਇੱਥੇ ਵੀ ਖੂਹ ਹੈ, ਜਿਸ ਖੂਹ ਦਾ ਜਲ ਸਤਿਗੁਰਾਂ ਜੀ ਨੇ ਛਕਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉਤਰੇ ਆ ਘੋੜੇ ਤੋਂ ਮਹਾਰਾਜ ਜੀ ਦੇ ਬੈਠਣ ਵਾਸਤੇ, ਖੂਹ ਦੀ ਮਣ ਦੇ ਉੱਪਰ ਹੀ ਨਜ਼ਦੀਕ ਰੁੱਖ ਹੈ, ਦੂਰ ਦੂਰ ਬੜੇ ਸੰਘਣੇ ਰੁੱਖ ਨੇ, ਬਾਗ ਹੈ ਸੁੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਵਿਛੇ ਹੋਏ ਵਸਤਰਾਂ ਤੇ ਹਜ਼ੂਰ ਆ ਕੇ ਸਜੇ ਹੈ ਤੇ ਸਿੰਘ ਵੀ ਜਿੱਥੇ ਜਿੱਥੇ ਦੂਰ ਦੂਰ ਘੋੜੇ ਜਿਹੜੇ ਹਨ ਉਹ ਬੰਨ੍ਹ ਲਏ ਆ ਰੁੱਖਾਂ ਨਾਲ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਤਰਫ ਨੂੰ ਸਭ ਵੇਖਦੇ ਹੈ। ਗਰੀਬ ਨਵਾਜ ਦਾ ਪਾਵਨ ਸਰੂਪ ਉਸ ਸਮੇਂ ਕੈਸਾ ਲੱਗ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਕੁਝ ਬੋਲਣ ਇਉਂ ਸਿੰਘ ਇੱਛਾ ਕਰਦੇ ਹੈ। ਡਰ ਕਰਕੇ ਕੋਈ ਸਾਹਮਣੇ ਆ ਕੇ ਸਤਿਗੁਰਾਂ ਜੀ ਤੋਂ ਇਹ ਨਹੀਂ ਹੁਣ ਪੁੱਛ ਰਿਹਾ ਕਿ ਮਹਾਰਾਜ ਅਗਲਾ ਕੀ ਹੁਕਮ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪਣੇ ਆਪ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਬੈਠੇ ਹੋਏ ਹੈ। ਉਸ ਸਮੇਂ ਦਾ ਚਿੱਤਰ ਜਿਵੇਂ ਕਵਿਰਾਜ ਖਿੱਚਦੇ ਹੈ। ਆਓ ਪਿਆਰ ਨਾਲ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਖੱਚਰ ਤੀਰਨ ਸੰਗ ਲਾਡੀ। ਜਿਹੜੀਆਂ ਵੱਡੀਆਂ ਖੱਚਰਾਂ ਜਿਹੜੀਆਂ ਸੀ ਤੀਰਾਂ ਨਾਲ ਲੱਦੀਆਂ ਹੋਈਆਂ ਸਨ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੋ ਕਮਰ ਕੱਸੇ ਦੇ ਤੀਰ ਨੇ, ਖਰੀ ਕਰੀ ਤਿਸ ਥਾਨਾ। ਉਹ ਵੀ ਜਿਹੜੀਆਂ ਸੀ ਖੜਾ ਉਹਨਾਂ ਨੂੰ ਕਰਨਾ ਕੀਤਾ ਤਿਸ ਥਾਂ ਦੇ ਉੱਪਰ। ਨਿਕਟ ਤੁਰੰਗਮ ਠਾਡੋ ਕੀਨਸ। ਨੇੜੇ ਹੀ ਸੱਚੇ ਪਾਤਸ਼ਾਹ ਜੀ ਦਾ ਘੋੜਾ ਵੀ ਜਿਹੜਾ ਸੀ ਉਹ ਸੇਵਕ ਨੇ ਖੜਾ ਕੀਤਾ। ਕਰ ਕਾਜੇ ਬਲਵਾਨਾ। ਬਲੀ ਘੋੜਾ ਹੈ, ਉਸ ਨੂੰ ਤੇ ਸਮੇਂ ਕਾਜੇ ਕਰਨਾ ਕੀਤਾ, ਭਾਵ ਕਿ ਕਾਠੀ ਨਾਲ ਹੀ ਲਗਾਮਾਂ ਜਦੋਂ ਬੰਨ੍ਹ ਦਿੱਤੀਆਂ ਜਾਣ ਫਿਰ ਘੋੜਾ ਇੱਧਰ ਉੱਧਰ ਚਰਨ ਵਾਸਤੇ ਜਿਹੜਾ ਹੈ ਉਹ ਨਹੀਂ ਜਾਂਦਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਹੀ ਘੋੜਾ ਜਿਹੜਾ ਉਹ ਕਾਜੇ ਕਰ ਦਿੱਤਾ, ਭਾਵ ਲਗਾਮਾਂ ਖਿੱਚ ਕੇ ਕਾਠੀ ਨਾਲ ਹੀ ਬੰਨ੍ਹ ਦਿੱਤੀਆਂ ਨੇ। ਅਪਰ ਸਰਬ ਹੀ ਉਤਰੇ ਭਟ ਬਾਰ। ਹੋਰ ਸਾਰੇ ਜਿਹੜੇ ਸ੍ਰੇਸ਼ਟ ਸੂਰਮੇ ਆ ਉਹ ਵੀ ਸਾਰੇ ਉਤਰ ਪਏ ਹਨ। ਫਰਕ ਫਰਕ ਕਰ ਬੈਸੇ। ਥੋੜਾ ਥੋੜਾ ਫਰਕ ਕਰਕੇ ਸਾਰੇ ਹੀ ਬੈਠ ਗਏ ਐ। ਊਚ ਮਜਾਜ ਬਿਨਾ ਰਖ ਪਿਖ ਕਰ। ਬਿਨਾ ਰੁਖ ਪਿਖ ਕਰ। ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਦਾ ਮਸਤਕ ਪ੍ਰਤਾਪ ਨਾਲ ਦਗ ਰਿਹਾ। ਐਸਾ ਉੱਚਾ ਮਿਜਾਜ ਸਤਿਗੁਰਾਂ ਜੀ ਦਾ ਪ੍ਰਤਾਪ ਵੇਖ ਕਰਕੇ ਤਰਨ ਤਰਨ ਹਵੈ ਜੈਸੇ। ਐਸਾ ਮੁਖ ਤੇ ਪ੍ਰਤਾਪ ਜਿਹੜਾ ਹੈ ਉਹ ਭਖ ਰਿਹਾ ਹੈ, ਜਿਵੇਂ ਚੜ੍ਹਦਾ ਵਾਹਿਗੁਰੂ ਦੁਪਹਿਰ ਦਾ ਸੂਰਜ ਮਗਦਾ ਨਾ, ਜਿਵੇਂ ਮਧਿਆਨ ਵਿੱਚ ਤਰਨ ਭਾਵ ਜਿਹੜਾ ਜਵਾਨ ਸੂਰਜ ਮਧਿਆਨ ਵਿੱਚ ਆ ਜਾਂਦਾ, ਦੁਪਹਿਰ ਦਾ ਸੂਰਜ ਉਹਦੇ ਵੱਲ ਫਿਰ ਤੱਕਿਆ ਨਹੀਂ ਜਾਂਦਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦਾ ਮੁਖਾਰ ਬਿੰਦ ਨੂਰੋ ਨੂਰ ਪ੍ਰਤਾਪ ਦੇ ਸਹਿਤ ਪ੍ਰਕਾਸ਼ਮਾਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਿਹਰੇ ਦੇ ਉੱਤੇ ਨਿਗਾਹ ਨਹੀਂ ਟਿਕਦੀ। ਹੋਏ ਨਾ ਸਕੈ ਸਮੀਪ ਸਿੰਘ ਕੋ। ਕੋਈ ਸਿੰਘ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇੜੇ ਨਹੀਂ ਹੋਣ ਦਾ ਹੌਸਲਾ ਕਰ ਰਿਹਾ। ਕਹਿਨ ਸ਼ਕਤ ਕਿਸ ਮਾਹੀ। ਤੇ ਕੁਝ ਕਹਿਣ ਦੀ ਸ਼ਕਤੀ ਹੁਣ ਕਿਹਦੇ ਵਿੱਚ ਹੈ? ਕੌਣ ਹੈ ਜਿਹੜਾ ਅੱਗੇ ਹੋ ਕੇ ਸਤਿਗੁਰਾਂ ਜੀ ਨੂੰ ਪੁੱਛ ਸਕੇ ਕਿ ਮਹਾਰਾਜ ਹੁਣ ਕੀ ਅੱਗੇ ਹੁਕਮ ਹੈ? ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਿਹਰੇ ਦੇ ਉੱਤੇ ਪ੍ਰਤਾਪ ਜਿਹੜਾ ਹੈ ਇੰਨਾ ਡਲਕਾ ਮਾਰ ਰਿਹਾ ਏ। ਦੁਰ ਨਰੀਛ ਦਰਸ਼ਨ ਤਿਸ ਛਿਨ ਮਹਿ। ਤਿਸ ਛਿਨ ਮਹਿ। ਤਿਸ ਸਮੇਂ ਸਤਿਗੁਰਾਂ ਜੀ ਦੇ ਜਿਹੜੇ ਦਰਸ਼ਨ ਹੋਏ ਨਾ, ਦੁਰ ਨਰੀਸ਼ ਭਾਵ ਵੇਖਣ ਤੋਂ ਅਸਮਰੱਥ ਵੈ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਜਿਹੜੇ ਆ ਉਥੇ ਨਿਗਾਹ ਨਹੀਂ ਟਿਕ ਰਹੀ ਹੈ। ਮੌਨ ਧਰੇ ਕਹਿ ਨਾਹੀ। ਤੇ ਸਾਰੇ ਮੌਨ ਧਾਰੀ ਹੋਈ ਹੈ, ਕੋਈ ਵੀ ਨਹੀਂ ਬੋਲ ਰਿਹਾ। ਸਿੰਘ ਵੀ ਜਿਹੜੇ ਹਨ ਉਹ ਚੁੱਪ ਹਨ। ਜਟਤ ਜਰਾਵ ਜਵਾਹਰ ਜ਼ਾਹਰ ਜਗਮਗ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੋ ਪਵਿੱਤਰ ਕਲਗੀ ਸਾਹਿਬ ਹੈ, ਪ੍ਰਗਟ ਹੀ ਉਸ ਦੇ ਅੰਦਰ ਜੜੇ ਹੋਏ ਜਿਹੜੇ ਜਵਾਹਰ ਹਨ, ਮੋਤੀ ਹਨ, ਹੀਰੇ ਹਨ। ਜਗਮਗ ਜਗਮਗ ਜੋਤੀ। ਉਹਨਾਂ ਦੀ ਜਗਮਗਾਹਟ ਹੁੰਦੀ ਹੈ, ਬਹੁਤ ਭਾਰੀ ਪ੍ਰਕਾਸ਼ ਜਿਹੜੀ ਹੈ ਜੋਤੀ ਦਾ, ਉਹਨਾਂ ਹੀਰਿਆਂ ਪੰਨਿਆਂ ਲਾਲਾਂ ਦਾ ਪ੍ਰਕਾਸ਼ ਪੈਂਦਾ ਏ। ਜਿਗਾ ਜਟਤ ਸ਼ੁਭ ਰਤਨ ਅਨਕ ਬਿਦ। ਤੇ ਬਹੁਤ ਸੁੰਦਰ ਜਿਹੜੀ ਕਲਗੀ ਸਾਹਿਬ ਦੇ ਥੱਲੇ ਜਿਗਾ ਹੁੰਦੀ ਹੈ, ਉਹ ਗੋਲਾ ਆਕਾਰ ਹੁੰਦੀ ਹੈ, ਉਹਦੇ ਉੱਤੇ ਸੁਭ ਰਤਨ ਜਿਹੜੇ ਹਨ ਉਹ ਜੜੇ ਹੋਏ ਆ। ਕਲਗੀ ਝੁਰਤ ਉਤੰਗੀ। ਤੇ ਉੱਚੀ ਸੋਹਣੀ ਕਲਗੀ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਪਰ ਝੂਲ ਰਹੀ ਹੈ। ਨਵ ਰਤਨੇ ਜਨ ਮਿਸ ਕਰ ਤਨ ਕੋ। ਤੇ ਇਉਂ ਫਿਰ ਕਹਿੰਦੇ ਆ ਨਵ ਰਤਨੇ ਜਿਹੜੇ 9 ਰਤਨ ਹਨ, ਜਾਣੋ ਕਿ ਇਹ 9 ਗ੍ਰਹਿ ਹੀ ਮਿਸ ਬਹਾਨਾ ਕਰਕੇ। ਨਵ ਗ੍ਰਹਿ ਗੁਰ ਭੁਜ ਸੰਗੀ। ਸਤਿਗੁਰਾਂ ਜੀ ਦੇ ਭੁਜਾਵਾਂ ਦੇ ਉੱਤੇ ਜਿਹੜੇ ਬਹੁਟੇ ਵੱਜੇ ਹੋਏ ਆ, ਉਹਨਾਂ ਬਹੁਟਿਆਂ ਵਿੱਚ 9 ਰਤਨ ਜਿਹੜੇ ਆ ਉਹ ਜੜੇ ਹੋਏ ਆ। ਕਵੀਰਾਜ ਕਹਿੰਦੇ ਜਿਵੇਂ 9 ਰਤਨਾਂ ਦਾ ਬਹਾਨਾ ਪਾ ਕੇ 9 ਗ੍ਰਹਿ ਹੀ ਸਤਿਗੁਰਾਂ ਜੀ ਦੇ ਡੌਲਿਆਂ ਦੇ ਉੱਤੇ ਫੱਬ ਰਹੇ ਹੋਣ। ਸਬਜ ਸਰਾਸਨ ਸੁੰਦਰ ਸਾਜਿਓ। ਸਤਿਗੁਰਾਂ ਜੀ ਦਾ ਜਿਹੜਾ ਸਾਰਾ ਸਰਾਸਨ ਧਨਸ਼ਵ ਹੈ ਉਹ ਬਹੁਤ ਜ਼ਿਆਦਾ ਸੋਨੇ ਦਾ ਸਤਿਗੁਰਾਂ ਜੀ ਦੇ
ਜਿਹੜਾ ਹੱਥ ਵਿੱਚ ਫੱਬ ਰਿਹਾ ਉਹਦੇ ਉੱਤੇ ਸੋਨਾ ਜਿਹੜਾ ਹੈ ਉਹ ਜੜਿਆ ਹੋਇਆ ਏ ਸੋ ਵਰਨ ਗੋਸ਼ੇ ਤੇ ਉਹਦੇ ਗੋਛੇ ਵੀ ਜਿਹੜੇ ਹਨ ਉਹ ਵੀ ਸਵਰਨ ਦੀਆਂ ਤਾਰਾਂ ਦੇ ਲਮਕਦੇ ਆ, ਸੋਨੇ ਦੀਆਂ ਤਾਰਾਂ ਦੇ। ਆਯੁਤ ਨਿਠੁਰ ਪੀਨ ਕਰ ਧਰ ਕਰ ਐਸਾ ਚੌੜਾ ਸਖਤ ਵੱਡਾ ਧਨੁਸ਼ ਹੱਥ ਵਿੱਚ ਸਤਿਗੁਰਾਂ ਜੀ ਨੇ ਪਕੜ ਕਰਕੇ ਤੁਰਕ ਅਰਨ ਪਰ ਰੋਸੇ ਤੇ ਮਹਾਰਾਜ ਦੇ ਹੱਥ ਵਿੱਚ ਐਸਾ ਧਨੁਸ਼ ਹੈ ਤੇ ਤੁਰਕਾਂ ਦੇ ਉੱਤੇ ਸਤਿਗੁਰਾਂ ਜੀ ਨੂੰ ਵੀਰ ਰਸ ਇਸ ਸਮੇਂ ਜਿਹੜਾ ਉਹ ਚਿਹਰੇ ਤੇ ਢਲਕ ਰਿਹਾ ਏ। ਕਸਿਓ ਨਿਖੰਗ ਖਤੰਗ ਸੰਗ ਭਰ ਸੱਚੇ ਪਾਤਸ਼ਾਹ ਜੀ ਦੇ ਕਮਰ ਕੱਸੇ ਦੇ ਵਿੱਚ ਤੀਰਾਂ ਦਾ ਭਰਿਆ ਹੋਇਆ ਪੱਥਾ ਜਿਹੜਾ ਹੈ ਉਹ ਕੱਸਿਆ ਹੋਇਆ ਏ। ਖੱਪਰੇ ਖਰੇ ਪੁਲਾਦੀ ਤੇ ਜਿਸ ਪੱਥੇ ਦੇ ਵਿੱਚ ਖੱਪਰੇ ਤੀਰ ਹਨ ਬੜੇ ਹੀ ਫੌਲਾਦ ਦੇ, ਜਿਨ੍ਹਾਂ ਨੂੰ ਇਸ ਪ੍ਰਕਾਰ ਫੌਲਾਦ ਦੀ ਪੁੱਠ ਦਿੱਤੀ ਹੋਈ ਹੈ। ਤੀਛਨ ਪੀਛਨ ਪੀਨ ਕਾਨ ਜਿਨ ਤੇ ਤਿੱਖੇ ਤਿੱਖੇ ਬੜੇ ਹੀ ਭਿਆਨਕ ਜਿਹੜੇ ਇਸ ਪ੍ਰਕਾਰ ਤੀਰ ਹਨ ਤੇ ਉਹਨਾਂ ਦੀਆਂ ਕਾਨੀਆਂ ਕੈਸੀਆਂ ਹਨ। ਬੜੇ ਕਿਤਕ ਮਰ ਜਾਦੀ ਤੇ ਕਿੰਨੀਆਂ ਕਿ ਇਸ ਪ੍ਰਕਾਰ ਜਿਹੜੇ ਵੱਡੀਆਂ ਹਨ ਕਾਨੀਆਂ ਤੇ ਬੜੇ ਹੀ ਇਸ ਪ੍ਰਕਾਰ ਮਰਿਆਦਾ ਦੇ ਵਿੱਚ ਭਾਵ ਸਤਿਗੁਰਾਂ ਜੀ ਨੇ ਆਪ ਜਿਹੜੇ ਕਹਿ ਕਹਿ ਕੇ ਕਢਵਾਏ ਹੈ। ਕਿਉਂਕਿ ਜਦੋਂ ਤੀਰ ਛੱਡੀਦਾ ਹੈ ਜੇ ਉਸ ਦੀ ਜਿਹੜੀ ਹੈ ਉਹ ਸੇਧ ਨਾ ਹੋਵੇ ਤਾਂ ਉਹ ਸਹੀ ਨਿਸ਼ਾਨੇ ਤੇ ਜਾ ਕੇ ਨਹੀਂ ਵੱਜਦਾ। ਹਜੂਰ ਨੇ ਆਪ ਉਹਨਾਂ ਤੀਰਾਂ ਨੂੰ ਕਢਵਾਇਆ ਦੱਸ ਕਰਕੇ। ਐਸੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਤੀਰ ਹਨ। ਇੱਕ ਤੋਲਾ ਕੰਚਨ ਇੱਕ ਸਰ ਕੋ ਇੱਕ ਤੀਰ ਨੂੰ ਇੱਕ ਤੋਲਾ ਸੋਨਾ ਜਿਹੜਾ ਉਹ ਲੱਗਿਆ ਹੋਇਆ ਏ। ਪਰ ਦੀਰਘ ਦਰਸਾਏ ਤੇ ਬਹੁਤੇ ਦੀਰਘ ਵੱਡੇ ਫਰ ਜਿਹੜੇ ਹਨ ਖੰਭ ਉਹ ਦਿਸਦੇ ਨੇ ਤੀਰਾਂ ਦੇ ਲੱਗੇ ਹੋਏ। ਚੰਦਰਹਾਸ ਦਿਸ਼ ਦੁਸਰ ਦੀਪਤ ਤੇ ਦੂਸਰੇ ਹੱਥ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਫਿਰ ਪੜੋ ਚੰਦਰਹਾਸ ਦਿਸ਼ ਦੁਸਰ ਦੀਪਤ ਦੂਸਰੇ ਪਾਸੇ ਜਿਹੜਾ ਹੈ ਉਹ ਚੰਦਰਹਾਸ ਚੌੜਾ ਤੇਗਾ ਜਿਹੜਾ ਸੱਚੇ ਪਾਤਸ਼ਾਹ ਜੀ ਦੇ ਪਾਇਆ ਹੋਇਆ ਉਹ ਚਮਕ ਰਿਹਾ ਏ। ਕੰਚਨ ਮੁਸ਼ਟ ਜਰਾਏ ਜਿਸ ਦੇ ਜਿਹੜੀਆਂ ਹਨ ਮੁੱਠ ਸਾਰੀ ਹੀ ਕੰਚਨ ਸੋਨੇ ਦੀ ਹੈ ਤੇ ਉੱਤੇ ਉਹਦੇ ਜਵਾਹਰ ਜੜੇ ਹੋਏ ਨੇ। ਕੇਤਕ ਬਾਣ ਪਾਨ ਮਹਿਲੇ ਕਰ ਕਿੰਨੇ ਕੁ ਤੀਰ ਸੱਚੇ ਪਾਤਸ਼ਾਹ ਜੀ ਆਪਣੇ ਹਸਤ ਕਮਲ ਵਿੱਚ ਲੈ ਕਰਕੇ ਭੂਪਰ ਮੁਖੀ ਟਿਕਾਈ ਮਹਾਰਾਜ ਜੀ ਨੇ ਉਹਨਾਂ ਦੀਆਂ ਮੁਖੀਆਂ ਜਿਹੜੀਆਂ ਉਹ ਧਰਤੀ ਦੇ ਉੱਤੇ ਟਿਕਾਉਣੀਆਂ ਕੀਤੀਆਂ। ਫੋਕਨ ਪਰ ਕਰ ਜੁੱਟ ਸਿਰ ਧਰ ਕਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਪਿਛਲੀਆਂ ਜਿਹੜੀਆਂ ਹਨ ਬਾਗੜਾਂ ਉਹਨਾਂ ਉੱਤੇ ਸਤਿਗੁਰਾਂ ਜੀ ਨੇ ਹੱਥ ਧਰ ਕਰਕੇ ਥਿਰ ਤਰਵਰ ਧਰ ਥਾਈ ਸੱਚੇ ਪਾਤਸ਼ਾਹ ਉਸ ਬ੍ਰਿਕਸ਼ ਦੇ ਥੱਲੇ ਸਤਿਗੁਰੂ ਜੀ ਜਿਹੜਾ ਖੂਹ ਹੈ ਉਹਦੀ ਮਣ ਦੇ ਉੱਤੇ ਸਤਿਗੁਰੂ ਜੀ ਬੈਠੇ ਹੋਏ ਹੈ। ਮਹਾਰਾਜ ਦੇ ਇਹ ਸਰੀਰ ਦੇ ਵੀਰ ਰਸੀ ਰੂਪਕ ਨੂੰ ਕਵੀ ਰਾਜ ਨੇ ਖਿੱਚਿਆ ਕਿ ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਰੂਪ ਹਜੂਰ ਦਾ ਕੈਸਾ ਲੱਗ ਰਿਹਾ ਹੈ। ਮਸਤਕ ਦੇ ਉੱਤੇ ਤੇਜ ਪ੍ਰਤਾਪ ਡਲਕਾ ਮਾਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਵੀਰ ਰਸ ਦੇ ਸਹਿਤ ਚਿਹਰਾ ਮਹਾਰਾਜ ਜੀ ਦਾ ਭਖ ਰਿਹਾ ਹੈ। ਸੂਰਜ ਜਿਹੜਾ ਹੈ ਉਹ ਢਾਲੇ ਪੈ ਗਿਆ ਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕੁਝ ਬੋਲਣ ਕੁਝ ਕਹਿਣ ਇਉਂ ਸਿੰਘ ਆਪਣੇ ਮਨ ਵਿੱਚ ਇੱਛਾ ਕਰ ਰਹੇ ਹੈ। ਕਿਸੇ ਦਾ ਹਿਆ ਨਹੀਂ ਪੈਂਦਾ ਮਹਾਰਾਜ ਜੀ ਦੇ ਅੱਗੇ ਹੋ ਕੇ ਪੁੱਛਣ ਦਾ ਕਿ ਮਹਾਰਾਜ ਹੁਣ ਅੱਗੇ ਕੀ ਹੁਕਮ ਹੈ। ਇਉਂ ਸਤਿਗੁਰੂ ਜੀ ਕਿੰਨਾ ਕੁ ਸਮਾਂ ਜਦੋਂ ਇਉਂ ਬਤੀਤ ਕੀਤਾ ਏ। ਸਿੰਘਨ ਦਿਸ਼ ਬਿਲੋਕ ਪ੍ਰਭ ਬੋਲੇ ਫਿਰ ਸਿੰਘਾਂ ਵੱਲ ਸਤਿਗੁਰਾਂ ਜੀ ਨੇ ਨਿਗਾਹ ਪਾਈ ਗਰੀਬ ਨਵਾਜ ਜੀ ਨੇ ਤੇ ਸਿੰਘਾਂ ਵੱਲ ਵੇਖ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਬੋਲੇ ਦੇਖੋ ਗ੍ਰਾਮ ਮਝਾਰੀ ਥੋੜਾ ਜਿਹਾ ਹਾਂਜੀ ਦੇਖੋ ਗ੍ਰਾਮ ਮਝਾਰੀ ਤੇ ਵੇਖੋ ਗ੍ਰਾਮ ਦੇ ਅੰਦਰ ਨਗਰ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਵੇਖਣਾ ਕਰੋ ਕਾਜ ਹਵੇਲੀ ਦੀਰਘ ਕੀਨਸ ਇਹ ਜਿਹੜੀ ਕੋਈ ਮਹਾਰਾਜ ਕਹਿੰਦੇ ਆ ਵੱਡੀ ਹਵੇਲੀ ਜਿਹੜੀ ਸਾਹਮਣੇ ਦਿਖਾਈ ਦਿੰਦੀ ਹੈ। ਉੱਚੇ ਥਾਨ ਉਸਾਰੀ ਉੱਚੇ ਥਾਂ ਦੇ ਉੱਤੇ ਜਿਹੜੀ ਉਸਾਰੀ ਹੋਈ ਹੈ। ਕਾਚੀ ਗੜੀ ਅਟਾਰੀ ਦੀਖਤ ਇਹ ਕੱਚੀ ਗੜੀ ਜਿਹੜੀ ਅਟਾਰੀ ਦੇ ਉੱਤੇ ਪਹਾੜੀ ਦੇ ਉੱਤੇ ਦਿਸ ਰਹੀ ਹੈ। ਜੁਗ ਛਾਤਨ ਕੀ ਹੋਵੇ ਮਹਾਰਾਜ ਕਹਿੰਦੇ ਦੋਵਾਂ ਛੱਤਾਂ ਦੀ ਲੱਗਦੀ ਹੈ। ਇਸ ਕੋ ਮਾਲਕ ਪੰਚ ਜਾਟ ਕੋ ਮਹਾਰਾਜ ਕਹਿੰਦੇ ਇਸ ਦਾ ਕੋਈ ਮਾਲਕ ਜਿਹੜਾ ਹੈ ਜਾਂ ਕੋਈ ਪੰਚ ਹੋਵੇ ਜਿਹੜਾ ਕੋਈ ਜੱਟ ਇੱਥੇ ਹੋਵੇ ਤੇ ਆਨੋ ਹਮ ਜੋਵੈ ਮਹਾਰਾਜ ਕਹਿੰਦੇ ਉਸ ਨੂੰ ਲੈ ਕਰਕੇ ਆਵੋ ਉਸ ਨੂੰ ਅਸੀਂ ਜਿਹੜਾ ਮਿਲਣਾ ਚਾਹੁੰਦੇ ਆ। ਇਉਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ
ਜਿੱਥੇ ਅੱਜ ਗੁਰਦੁਆਰਾ ਗੜੀ ਸਾਹਿਬ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਗੜੀ ਸਾਹਿਬ ਵੱਲ ਵੇਖ ਕਰਕੇ, ਕੱਚੀ ਗੜੀ ਸਾਹਿਬ ਵੱਲ ਵੇਖ ਕੇ ਮਹਾਰਾਜ ਆਗਿਆ ਕੀਤੀ ਕਿ ਜਾਓ ਖਾਲਸਾ ਜੀ ਸਿੰਘੋ ਕਿਸੇ ਨੂੰ ਲੈ ਕੇ ਆਓ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਿਆ ਦਿੱਤੀ ਹੈ। कबित आई 10 लाख जब पीछे की जो सेना सब। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਉਂ ਆਗਿਆ ਕੀਤੀ ਤੇ ਇਹ ਜਿਵੇਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਇੱਕ ਭਰਾ ਤਾਂ ਮੰਨ ਗਿਆ ਸੀ, ਦੂਸਰਾ ਨਹੀਂ ਸੀ ਮੰਨਿਆ। ਪਰ ਜਿਵੇਂ ਹੋਰ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਭਾਈ ਬੁੱਧੂ ਚੰਦ ਜੀ ਨੇ ਆਪ ਖੁਸ਼ੀ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਹਵੇਲੀ ਭੇਟ ਕੀਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਕੱਚੀ ਗੜੀ ਦੇ ਅੰਦਰ ਗਰੀਬ ਨਵਾਜ ਸਤਿਗੁਰਾਂ ਜੀ ਨੇ ਪ੍ਰਵੇਸ਼ ਕੀਤਾ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਥਾਂ ਪਰ ਥਾਂ ਫਿਰ ਸਿੰਘਾਂ ਦੀਆਂ ਸਾਰੀਆਂ ਮਹਾਰਾਜ ਜੀ ਨੇ ਜ਼ਿੰਮੇਵਾਰੀਆਂ ਸੱਚੇ ਪਾਤਸ਼ਾਹ ਜੀ ਨੇ ਲਾਈਆਂ ਤੇ ਗਰੀਬ ਨਵਾਜ ਸਤਿਗੁਰੂ ਜੀ ਨੂੰ ਜਿਵੇਂ ਫਿਰ ਇਹ ਮੁਗਲਾਂ ਦੀ ਫੌਜ ਦਾ ਘੇਰਾ ਪੈਂਦਾ ਚਮਕੌਰ ਸਾਹਿਬ, ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਜਿਹੜੀ ਰਾਤ ਹੈ ਗੜੀ ਸਾਹਿਬ ਦੇ ਅੰਦਰ ਉਹ ਕੈਸੀ ਬਤੀਤ ਹੋਈ ਹੈ ਉਹਦਾ ਜ਼ਿਕਰ ਜਿਵੇਂ ਕਵੀਰਾਜ ਕਰਦੇ ਨੇ, ਸੁਣੋ ਪਿਆਰ ਨਾਲ। कबित आई 10 लाख जब पीछे की जो सेना सब। ਜਿਹੜੀ ਪਿੱਛੇ ਦੀ ਸੈਨਾ ਸਾਰੀ ਸੀ, ਜਦੋਂ 10 ਲੱਖ ਸੈਨਾ ਆ ਚੜੀ ਹੈ। सुनी सुध ख्वाज मरदूद आद धाए हैं। ਸੁਣੀ ਹੈ ਖਬਰ ਕਿ ਖਵਾਜਾ ਮਰਦੂਦ ਆਦਿਕ ਸਾਰੇ ਜਿਹੜੇ ਆ ਚੜ ਕਰਕੇ ਆ ਗਏ ਆ। गुरु चमकौर ठौर कायमी करी है दौर। ਉਹਨਾਂ ਨੂੰ ਵੀ ਸੂਹ ਮਿਲ ਗਈ ਹੈ, ਖਬਰਾਂ ਪਤਾ ਲੱਗ ਗਈਆਂ ਕਿ ਗੁਰੂ ਸਾਹਿਬ ਜੀ ਨੇ ਚਮਕੌਰ ਸਾਹਿਬ ਜਾ ਕਰਕੇ ਜਿਹੜਾ ਹੈ ਗੜੀ ਦੇ ਅੰਦਰ ਕਾਇਮ ਕਰ ਲਿਆ ਹੈ, ਮੋਰਚਾ ਬੰਦੀ ਕਰ ਲਈ ਹੈ। आई चम और तीनों फेर घेर पाए हैं। ਇਉਂ ਬਹੁਤ ਭਾਰੀ ਸੈਨਾ ਜਿਹੜੀ ਆ ਉਹ ਆ ਗਈ ਤੇ ਚਮਕੌਰ ਸਾਹਿਬ ਨੂੰ ਦੁਆਲਿਓਂ ਘੇਰਾ ਪਾ ਲਿਆ ਏ। जूझे ना पिछारी जंग होत है अगारी अब। ਤੇ ਹੁਣ ਇਸ ਪ੍ਰਕਾਰ ਜੂਝੇ ਨਾ ਪਿਛਾਰੀ, ਜਿਹੜੇ ਇਸ ਪ੍ਰਕਾਰ ਪਿਛੇ ਨਹੀਂ ਜੂਝੇ ਮੈਦਾਨੇ ਜੰਗ ਦੇ ਅੰਦਰ, ਭਾਵ ਜਿਹੜੇ ਬਚ ਗਏ ਸਨ, ਹੁਣ ਇੱਥੇ ਜੰਗ ਜਿਹੜਾ ਪਵੇਗਾ। सुन कै समूह है हूह दै पुजाए हैं। ਤੇ ਇਉਂ ਸਾਰੇ ਜਿਹੜੇ ਐ ਬੜਾ ਬਲ ਦੇ ਕਰਕੇ ਆਏ ਐ, ਚੜ ਕਰਕੇ ਕਿ ਗੁਰੂ ਸਾਹਿਬ ਕੋਲ ਇਸ ਸਮੇਂ ਬਹੁਤੀ ਕੋਈ ਫੌਜ ਨਹੀਂ, ਕਿਉਂਕਿ ਜਿਹੜੇ ਪਿੱਛੋਂ ਬਚੇ ਆ ਉਹੋ ਹੀ ਨਾਲ ਹੋਣਗੇ ਥੋੜੇ ਬਹੁਤੇ, ਤੇ ਸਤਿਗੁਰੂ ਜੀ ਦੇ ਕੋਲ ਇਸ ਸਮੇਂ ਫੌਜ ਨਹੀਂ ਕੋਈ ਜ਼ਿਆਦਾ, ਬਹੁਤ ਜ਼ਿਆਦਾ ਹੱਲਾਸ਼ੇਰੀ ਦੇ ਨਾਲ ਇਹ ਚੜ ਕਰਕੇ ਆਏ ਨੇ। यूथप वजीत खां सरहंद को बिलंद सूबा। ਸਰਹੰਦ ਦਾ ਜਿਹੜਾ ਵੱਡਾ ਸੂਬਾ ਹੈ, ਸੈਨਾਪਤੀ ਸਰਹੰਦੀ ਹੈ ਵਜੀਦ ਖਾਨ, ਲੈਕੇ ਸੰਗ ਬਾਹਨੀ ਉਮੜ ਕਰ ਆਏ हैं। ਲੈ ਕਰਕੇ ਆਪਣੇ ਨਾਲ ਸੈਨਾ ਤੇ ਚੜ ਕਰਕੇ ਆ ਗਿਆ ਏ। सूबा लभपुर को दस्तजेर नाम जिस। ਜ਼ਬਰਦਸਤ ਖਾਨ ਜਿਹੜਾ ਲਾਹੌਰ ਦਾ ਸੂਬੇਦਾਰ ਏ। सुनी सुध सारी दल भारी जुत धायो है। ਇਹਨੇ ਵੀ ਖਬਰ ਸਾਰੀ ਸੁਣੀ ਕਿ ਮਹਾਰਾਜ ਚਮਕੌਰ ਵਿੱਚ ਕਾਇਮੀ ਕਰ ਲਈ ਹੈ ਤੇ ਇਹ ਵੀ ਚੜ ਕਰਕੇ ਆਇਆ ਏ। पर्वत बासी बाई धारन के राजे सब। ਤੇ ਪਰਬਤਾਂ ਦੇ ਵਾਸੀ ਜਿਹੜੇ 22 ਧਾਰ ਦੇ ਸਾਰੇ ਰਾਜੇ ਐ, ਲੈ ਲੈ ਸੈਨ ਆਪਣੀ ਕੋ ਬ੍ਰਿੰਦ ਉਮੜਾਇਓ ਹੈ। ਆਪੋ ਆਪਣੀ ਸੈਨਾ ਨੂੰ ਲੈ ਕਰਕੇ ਸਭ ਚੜ ਕਰਕੇ ਆ ਗਏ ਐ। ਮੀਏ ਰਾਵ ਰਾਣੇ ਕੌਣ ਸ਼ਕਤ ਬਖਾਨੇ। ਤੇ ਮੀਏ ਰਾਜੇ ਰਾਣੇ ਛੋਟੇ ਵੱਡੇ ਇਹਨਾਂ ਦੀ ਕੌਣ ਗਿਣਤੀ ਕਰੇ, ਕਿਹਦੇ ਵਿੱਚ ਸ਼ਕਤੀ ਕਿ ਇਹਨਾਂ ਨੂੰ ਗਿਣ ਲਵੇ ਕਿੰਨੀ ਗਿਣਤੀ ਵਿੱਚ ਹਨ। ਦਿਨ ਮਾਚਤ ਕੋਲਾਹਲ ਵਿਸਾਲ ਹੀ ਸੁਨਾਇਓ ਹੈ। ਉਹਨਾਂ ਦਾ ਬਹੁਤ ਭਾਰੀ ਰੌਲਾ ਜਿਹੜਾ ਏਡੀ ਵੱਡੀ ਸੈਨਾ ਦਾ ਕਲਮਲਾਹਟ ਹੁੰਦੀ ਹੈ, ਦੂਰ ਦੂਰ ਤੱਕ ਸੁਣਾਈ ਪੈਂਦਾ ਏ। ਰੰਗਰ ਹਜ਼ਾਰੋ ਔਰ ਗੁੱਜਰ ਗਵਾਰ ਮਿਲ। ਤੇ ਹਜ਼ਾਰ ਹਾ ਰੰਗੜ ਗੁੱਜਰ ਇਹ ਆਦਿਕ ਜਿਹੜੇ ਸਿੰਘਾਂ ਦੇ ਵੈਰੀ ਇਹ ਵੀ ਮਿਲ ਗਏ ਆ, ਛੇੜਾਂ ਨਗਰਾਂ ਦੀਆਂ ਇਕੱਠੀਆਂ ਹੋ ਗਈਆਂ ਨੇ। ਆਏ ਚਮਕੌਰ ਚਹੂ ਔਰ ਘੇਰੋ ਪਾਇਓ ਹੈ। ਆ ਗਏ ਚਮਕੌਰ ਸਾਹਿਬ ਨੂੰ ਚਾਰ ਸ਼ਫੇਰਿਓਂ ਘੇਰਾ ਪਾ ਲਿਆ ਏ। ਆਪਣੀ ਆਕਾਸ਼ ਤੇ ਪ੍ਰਕਾਸ਼ ਕੋ ਵਿਨਾਸ਼ ਕੀਨ। ਤੇ ਧਰਤੀ ਤੇ ਜਿਹੜਾ ਆਕਾਸ਼ ਤੋਂ ਪ੍ਰਕਾਸ਼ ਪੈ ਰਿਹਾ ਹੈ ਉਹ ਇਹਨਾਂ ਨੇ ਨਾਸ਼ ਹੀ ਕਰ ਦਿੱਤਾ, ਭਾਵ ਘੋੜਿਆਂ ਦੀਆਂ ਖੁਰਾਂ ਨਾਲ ਜਿਹੜਾ ਹੈ ਉਹ ਟਾਪਾਂ ਨਾਲ ਇੰਨੀ ਧੂੜ ਉੱਡੀ ਹੈ ਕਿ ਆਕਾਸ਼ ਧਰਤੀ ਤੇ ਆਕਾਸ਼ ਤੋਂ
ਜਿਹੜਾ ਹੈ ਉਹ ਚਾਨਣ ਨਹੀਂ ਪੈਂਦਾ ਧਰਤੀ ਦੇ ਉੱਪਰ। ਭਇਓ ਤਮ ਰਾਸ ਉੱਡ ਪਾਂਸੂ ਫਲ ਫੈਲ ਪੈ। ਤੇ ਇਸ ਪ੍ਰਕਾਰ ਜਿਹੜਾ ਹੈ ਬਹੁਤ ਜ਼ਿਆਦਾ ਹਨੇਰ ਹੀ ਛਾ ਗਿਆ ਹੈ। ਚਾਰ ਸਫੇਰੇ ਜਿਵੇਂ ਸਮੁੰਦਰ ਫੈਲ ਗਿਆ, ਇਸ ਤਰ੍ਹਾਂ ਫੌਜ ਫੈਲ ਗਈ ਹੈ। ਦੀਖਤ ਨਾ ਆਂਖ ਤੇ ਸੁਣੈ ਨਾ ਬੋਲ ਭਾਖ ਤੇ। ਅੱਖਾਂ ਨਾਲ ਦਿਖਾਈ ਨਹੀਂ ਦਿੰਦਾ ਤੇ ਬੋਲ ਜਿਹੜਾ ਕੋਈ ਬੋਲਦਾ ਹੈ ਉਹ ਕੰਨ ਨਾਲ ਸੁਣਾਈ ਨਹੀਂ ਦਿੰਦਾ। ਇੰਨਾ ਰੌਲਾ ਪੈਂਦਾ ਏ। ਗੁਰੂ ਕੋ ਗਹਿ ਕਾਂਖ ਤੇ ਲਖੰਤ ਆਏ ਗੈਲ ਪੈ। ਇਉਂ ਗੁਰੂ ਸਾਹਿਬ ਜੀ ਨੂੰ ਫੜਨ ਦੀ ਇੱਛਾ ਨਾਲ ਇੱਕ ਦੂਸਰੇ ਦੇ ਨਾਲ ਚੜ ਆਏ ਆ। ਚਾਰੋ ਓਰ ਸ਼ੋਰ ਕੈ ਚਹੰਤ ਹੇਲ ਰੌਰ ਕੈ। ਤੇ ਚਾਰ ਸਫੇਰੇ ਇਹਨਾਂ ਨੇ ਜਿਹੜੀ ਆ ਮੋਰਚਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬਹੁਤ ਜ਼ਿਆਦਾ ਹੱਲੇ ਦੀ ਤਿਆਰੀ ਕਰ ਰਹੇ ਆ। ਮਲੇਛ ਆਏ ਦੌਰ ਕੈ ਛਬੀਲੇ ਵੱਡੇ ਛੈਲ ਪੈ। ਤੇ ਬਹੁਤ ਜ਼ਿਆਦਾ ਇਹ ਜਿਹੜੇ ਹਨ ਮਲੇਸ਼ ਦੌੜ ਦੌੜ ਕੇ ਬੜੇ ਬੜੇ ਜਵਾਨ ਪਠਾਨ ਜਿਹੜੇ ਆ ਉਹ ਆਏ ਆ ਬੜੇ ਇਕੱਠੇ ਹੋ ਕਰਕੇ। ਜੈਸੇ ਮੇਲ ਮੇਲ ਕੈ ਸਬਲ ਚੈ ਸਕੀਲ ਕੈ। ਇਸ ਤਰ੍ਹਾਂ ਜਿਵੇਂ ਆਪਸ ਵਿੱਚ ਇਕੱਠੇ ਹੋ ਕਰਕੇ ਸਹਿਤ ਬਲ ਦੇ ਹੋ ਕਰਕੇ। ਧਰੇ ਵਿਸਾਲ ਐਲ ਕੈ ਦੁਰਗ ਦੀ ਹਸੈਲ ਪੈ। ਤੇ ਇਉਂ ਜਿਹੜਾ ਦੁਰਗ ਕਿਲਾ ਹੈ, ਕੱਚੀ ਗੜੀ ਹੈ, ਇਹ ਉੱਚੇ ਥਾਂ ਦੇ ਉੱਤੇ ਦੁਆਲੇ ਸਾਰੀ ਫੌਜ ਨੇ ਦੂਰ ਦੂਰ ਤੱਕ ਮੋਰਚਾ ਬੰਦੀ ਕੀਤੀ ਹੈ। ਧਰਨੀ ਗਗਨ ਏਕ ਹਵੈ ਗਏ ਬਬੇਕ ਬਿਨ। ਤੇ ਇਸ ਪ੍ਰਕਾਰ ਧਰਤੀ ਤੇ ਆਕਾਸ਼ ਇੱਕ ਹੀ ਹੋ ਗਏ ਪ੍ਰਤੀਤ ਹੁੰਦੇ ਐ। ਇਉਂ ਜਿਹੜਾ ਗਿਆਨ ਨਹੀਂ ਭਾਵ ਹੋ ਰਿਹਾ ਕਿ ਧਰਤੀ ਕਿਹੜੀ ਆਕਾਸ਼ ਕਿਹੜਾ, ਇੱਕ ਹੀ ਕਰ ਦਿੱਤੇ ਐ। ਇੰਨੀ ਜ਼ਿਆਦੀ ਫੌਜ ਹੈ। ਖੇਹ ਖਾਰ ਪੁੰਜ ਕੀ ਪਸਾਰੀ 10 ਦਿਸ਼ ਮੈਂ। ਦਸੋਂ ਹੀ ਦਿਸ਼ਾਵਾਂ ਵਿੱਚ ਜਿਹੜੀ ਐ ਉਹ ਘੋੜਿਆਂ ਦੀਆਂ ਟਾਪਾਂ ਨਾਲ ਖੇ ਜਿਹੜੀ ਮਿੱਟੀ ਆ ਉਹ ਪਸਰ ਗਈ ਆ। ਮਾਨੋ ਘਨ ਘਟਾ ਘਨੇ ਘਨ ਕੀ ਘੁਮੰਡ ਘਿਰੀ। ਜਾਣਨਾ ਕਰੋ ਕਵਿਰਾਜ ਕਹਿੰਦੇ ਜਿਵੇਂ ਬਹੁਤ ਜ਼ਿਆਦੇ ਬੱਦਲਾਂ ਦੀਆਂ ਘਟਾਵਾਂ ਹੀ ਉੱਤੇ ਆ ਕਰਕੇ ਛਾ ਗਈਆਂ ਹੋਣ। ਘੋਰ ਘੋਖ ਘੋਖ ਕੈ ਮਿਲੀ ਹੈ ਭੂਮ ਭ੍ਰਿਸ ਮੈਂ। ਤੇ ਇਉਂ ਘਟਾ ਜਿਹੜਾ ਮਿੱਟੀ ਐ ਜਿਵੇਂ ਜਿਵੇਂ ਫਿਰ ਉੱਡ ਉੱਡ ਕੇ ਹੌਲੀ ਹੌਲੀ ਥੱਲੇ ਨੂੰ ਆ ਕਰਕੇ ਧਰਤੀ ਤੇ ਡਿੱਗਦਾ ਹੈ। ਇਉਂ ਲੱਗਦਾ ਜਿਵੇਂ ਬੱਦਲ ਧਰਤੀ ਤੇ ਆ ਗਏ ਹਨ। ਮੰਦਰ ਪਹਾੜ ਗੱਡ ਜਾਹੀ ਕੇ ਮਝਾਰ ਖਰੋ। ਕਹਿੰਦੇ ਨੇ ਇਹ ਤਾਂ ਸਮੁੰਦਰ ਦੀ ਨਿਆਈ ਹੈ ਸਾਰੀ ਸੈਨਾ। ਤੇ ਜਿਹੜਾ ਚਮਕੌਰ ਸਾਹਿਬ ਇਹ ਗੜੀ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕੱਚੀ ਗੜੀ ਦੇ ਅੰਦਰ ਜਿੱਥੇ ਮੋਰਚਾਬੰਦੀ ਕੀਤੀ ਹੈ, ਇਹ ਮੰਦਰਾਚਲ ਪਰਬਤ ਦੀ ਤਰ੍ਹਾਂ ਖੜਾ ਹੈ। ਚਾਰੋ ਓਰ ਪਾਰਵਾਰ ਐਸੀ ਛਬ ਜਿਸ ਮੈਂ। ਤੇ ਇਸ ਪ੍ਰਕਾਰ ਚਾਰ ਸਫੇਰੇ ਸੈਨਾ ਹੀ ਸੈਨਾ, ਕੋਈ ਪਾਰਾਵਾਰ ਅੰਤ ਨਹੀਂ ਆਉਂਦਾ ਹੈ। ਇਹੋ ਜਿਹਾ ਜਿੱਥੇ ਜਿਹੜਾ ਹੈ ਬਨਾਵਟ ਬਣ ਰਹੀ ਹੈ। ਗਿਨੇ ਮਤ ਕਿਸ ਮੈਂ ਅਸੰਖਤਾ ਹੈ ਤਿਸ ਮੈਂ। ਕਿਸ ਦੇ ਅੰਦਰ ਮਤ ਹੈ ਕਵਿਰਾਜ ਕਹਿੰਦੇ ਜਿਹੜਾ ਗਿਣਤੀ ਕਰ ਸਕੇ, ਤੇ ਗਿਣਤੀ ਵਿੱਚ ਅਸੰਖ ਹਨ, ਗਿਣੇ ਨਹੀਂ ਜਾ ਸਕਦੇ, ਏਡੀ ਵੱਡੀ ਫੌਜ ਹੈ। ਬਿਲੋਕ ਲੋਕ ਬਿਸਮੈ ਸੋ ਆਇਓ ਦਿਲ ਰਿਸਮੈ। ਤੇ ਵੇਖ ਕਰਕੇ ਜਿਹੜੇ ਐ ਫਿਰ ਪੜੋ ਪੰਕਤੀ। ਬਿਲੋਕ ਲੋਕ ਬਿਸਮੈ ਸੋ ਆਇਓ ਦਲ ਰਿਸਮੈ। ਤੇ ਬਹੁਤ ਜ਼ਿਆਦੇ ਲੋਕ ਵੇਖ ਕਰਕੇ ਹੈਰਾਨ ਹੋਏ। ਤੁਰਕਾਂ ਦੀ ਸੈਨਾ ਬੜੀ ਕ੍ਰੋਧ ਵਿੱਚ ਆ ਕਰਕੇ ਇਕੱਠੀ ਹੋਈ ਹੈ। ਪੁੰਜ ਹੈ ਮਤੰਗ ਪੈ ਪਾਤਕਾ ਜਿਨ ਸੰਗ ਧਰੀ। ਤੇ ਬਹੁਤੇ ਇਹਨਾਂ ਵਿੱਚ ਹਾਥੀ ਹੈ ਜਿਨ੍ਹਾਂ ਦੇ ਉੱਪਰ ਇਸ ਪ੍ਰਕਾਰ ਜਿਹੜੀਆਂ ਪਤਾਕਾ ਝੰਡੀਆਂ ਜਿਹੜੀਆਂ ਹੈਦਰੀ ਨਿਸ਼ਾਨ ਉਹ ਲਹਿਰਾ ਰਹੇ ਆ। ਸੈਲ ਹੈ ਸਪੰਖ ਤੁੰਗ ਇਤੇ ਉਦ ਧਾਵ ਤੇ। ਇਉਂ ਲੱਗਦਾ ਕਵਿਰਾਜ ਕਹਿੰਦੇ ਜਿਵੇਂ ਹਾਥੀ ਕੀ ਪਰਬਤ ਹੀ ਹਨ, ਇੱਧਰ ਉੱਧਰ ਪਹਾੜ ਹੀ ਜਿਵੇਂ ਤੁਰੇ ਫਿਰਦੇ ਆ। ਬਾਦਤ ਜੇ ਬਾਜਤੇ ਹੈ ਦੀਰਘ ਸੋ ਗਾਜਤ ਹੈ। ਬਹੁਤ ਜ਼ਿਆਦੇ ਜਿਹੜੇ ਵਾਜੇ ਵੱਜਦੇ ਆ, ਬੜਾ ਭਿਆਨਕ ਹੀ ਉਹਨਾਂ ਦੀ ਗੁੰਜਾਟ ਪੈਂਦੀ ਹੈ। ਅਨਕ ਤਰੰਗ ਜਲ ਜੰਤ ਜਿਉ ਪਲਾਵਤੇ। ਤੇ ਬਹੁਤੇ ਜਿਹੜੇ ਘੋੜੇ ਆ ਉਹ ਜਿਵੇਂ ਜਲ ਦੇ ਜੀਵ ਜੰਤੂ ਹੁੰਦੇ ਆ, ਉਹ ਇੱਧਰ ਉੱਧਰ ਤੁਰੇ ਫਿਰਦੇ ਆ। ਸਾਂਗ ਸੇਲ ਸ਼ਕਤੀ ਸੋ ਤੁਮਰ ਤਰੰਗ ਭਏ। ਬਹੁਤ ਜ਼ਿਆਦੇ ਇਉਂ ਬਰਛੇ ਬਰਛੀਆਂ ਜਿਹੜੇ ਸ਼ਸਤਰ ਆਦਿਕ ਹਨ, ਜਿਹੜੇ ਘੋੜੇ ਹਨ ਸਾਰੇ ਹੀ। ਧੁਖਤ ਪਲੀਤੇ ਬੜਵਾ ਗਨ ਉਠਾਵਤੇ। ਤੇ ਜਿਹੜੇ ਧੁਖਦੇ ਹਨ ਪਲੀਤੇ ਇਹ ਬੜਵਾ ਅਗਨ ਦੀ ਤਰ੍ਹਾਂ ਹਨ। ਗ੍ਰਾਮ ਚਮਕੌਰ ਕੈ ਜਹਾਜ਼ ਕੋ ਸਮਾਜ ਭਰਿਓ। ਤੇ ਜਿਹੜਾ ਚਮਕੌਰ ਸਾਹਿਬ ਨਗਰ ਹੈ ਇਹ ਜਾਣੋ ਜਹਾਜ਼ ਦੀ ਨਿਆਈ ਹੈ, ਜਿਹਦੇ ਵਿੱਚ ਸਾਰੇ ਸਿੰਘਾਂ ਨੂੰ ਅਸਵਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ। ਚਾਹਤ ਡੁੱਬਿਓ ਗੁਰ ਕੇਵਟ ਤਰਾਵਤੇ। ਇਹ ਜਿਹੜੀ 10 ਲੱਖ ਦੀ ਫੌਜ ਚੜ ਕੇ ਆਈ ਹੈ, ਇਹ ਚਾਹੁੰਦੇ ਹੈ ਕਿ ਚਮਕੌਰ ਸਾਹਿਬ ਰੂਪੀ ਨਗਰ ਨੂੰ ਜਹਾਜ਼ ਨੂੰ ਡੁੱਬਿਆ ਜਾਵੇ,
ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਲਾਹ ਦਾ ਰੂਪ ਹੋ ਕਰਕੇ ਹਜੂਰ ਧਾਰ ਰਹੇ ਹੈ। ਜ਼ੋਰਾਵਰ ਸਿੰਘ ਅਜੀਤ ਸਿੰਘ ਵੀਰ ਜੁਗ। ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਜੁਝਾਰ ਸਿੰਘ ਸਾਹਿਬ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਇਹ ਦੋਵੇਂ। ਦਇਆ ਸਿੰਘ ਆਦ ਪੰਚ ਸਿੰਘ ਧਰ ਧੀਰਜੇ। ਭਾਈ ਦਇਆ ਸਿੰਘ ਜੀ ਇਹ ਪੰਜੇ ਪਿਆਰੇ ਧੀਰਜ ਦੇ ਸਹਿਤ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਹਨ। ਮੁਕਤੇ ਸੋ ਪੰਚ ਸਿੰਘ ਮਾਨ ਸਿੰਘ ਧਿਆਨ ਸਿੰਘ। ਫਿਰ ਪੰਜ ਜਿਹੜੇ ਮੁਕਤੇ ਸਿੰਘ ਹੈ ਚਮਕੌਰ ਸਾਹਿਬ ਜੀ ਦੇ ਅੰਦਰ ਜਿਹੜੇ ਸਤਿਗੁਰੂ ਜੀ ਦੇ ਕੋਲ ਸਿੰਘ ਨੇ, ਉਹਨਾਂ 40 ਸਿੰਘਾਂ ਵਿੱਚੋਂ ਕੁਝ ਕੁ ਦੀ ਗਿਣਤੀ ਜਿਹੜੀ ਆ ਕਵਿਰਾਜ ਨੇ ਇੱਥੇ ਜਿਹੜੀ ਆ ਉਹ ਦੱਸੀ ਹੈ। ਕੁਝ ਕੁ ਵਿਸ਼ੇਸ਼ ਕਰਕੇ ਹੋਰ ਵੀ ਸਿੰਘਾਂ ਦੇ ਨਾਮ ਆਉਂਦੇ ਆ, ਪਰ ਆਪਣੇ ਜਿਹੜਾ ਹੈ ਮਨੋਂ ਬਣਾ ਕਰਕੇ ਉਹ ਨਹੀਂ ਬਣਾਉਣਾ ਚਾਹੀਦਾ। ਸਾਡੇ ਮੂਲ ਗ੍ਰੰਥਾਂ ਦੇ ਅੰਦਰ ਇਹ ਨਾਮ ਸਿੰਘਾਂ ਦੇ ਦਰਜ ਹਨ। ਕਵਿਰਾਜ ਉਹਨਾਂ ਦੇ ਨਾਮ ਦੱਸ ਰਹੇ ਹੈ, ਮੁਕਤੇ ਸਿੰਘਾਂ ਦੇ ਨਾਮ ਦੱਸਦੇ ਹਨ। ਮਾਨ ਸਿੰਘ ਧਿਆਨ ਸਿੰਘ ਤੇ ਭਾਈ ਮਾਨ ਸਿੰਘ ਜੀ, ਭਾਈ ਧਿਆਨ ਸਿੰਘ ਜੀ, ਦਾਨ ਸਿੰਘ ਧੰਨਾ ਸਿੰਘ ਜਾਮੇ ਬਰ ਵੀਰ ਜੇ। ਤੇ ਭਾਈ ਦਾਨ ਸਿੰਘ ਜੀ, ਭਾਈ ਧੰਨਾ ਸਿੰਘ ਜੀ, ਇਸ ਪ੍ਰਕਾਰ ਜਿਹੜੇ ਬਰ ਸ਼੍ਰੇਸ਼ਟ ਸੂਰਬੀਰ ਯੋਧੇ ਹਨ। ਆਲਮ ਮਰਗਿੰਦ ਸ਼ਿਆਮ ਸਿੰਘ ਸੋ ਮੋਹਰ ਸਿੰਘ। ਭਾਈ ਸ਼ਾਮ ਸਿੰਘ ਜੀ, ਭਾਈ ਮੋਹਰ ਸਿੰਘ ਜੀ ਤੇ ਭਾਈ ਆਲਮ ਸਿੰਘ ਜੀ। ਮਰਗਿੰਦ ਸਿੰਘ ਸ਼ੇਰ, ਭਾਈ ਆਲਮ ਸਿੰਘ ਜੀ ਜੋ ਮਹਾਰਾਜ ਦੇ ਚੌਰ ਬਰਦਾਰ ਹਨ। ਵੀਰ ਸਿੰਘ ਸੁੱਖਾ ਸਿੰਘ ਸੰਤ ਸਿੰਘ ਤੀਰ ਜੇ। ਤੇ ਭਾਈ ਵੀਰ ਸਿੰਘ ਜੀ, ਭਾਈ ਧੀਰ ਸਿੰਘ ਜੀ, ਭਾਈ ਸੁੱਖਾ ਸਿੰਘ ਜੀ ਜਿਹੜੇ ਸੂਰਬੀਰ ਯੋਧੇ ਹਨ। ਕੋਠਾ ਸਿੰਘ ਏਕ ਰੰਗ ਰੇਟਾ ਸਿੰਘ ਜਾਨੀਅਤ। ਤੇ ਭਾਈ ਕੋਠਾ ਸਿੰਘ ਜੀ ਇੱਕ ਰੰਗਰੇਟੇ ਸਿੰਘ ਹਨ। ਸੱਚੇ ਪਾਤਸ਼ਾਹ ਜੀ ਦੇ ਜੋ ਸਿੰਘਾਂ ਦੇ ਨਾਮ ਹਨ, ਵੇਖੋ ਕੈਸੇ ਨਾਮ ਨੇ ਸਿੰਘਾਂ ਦੇ। ਭਾਈ ਕੋਠਾ ਸਿੰਘ ਜੀ ਨਾਮ ਹੈ ਸਿੰਘ ਦਾ, ਤੇ ਰੰਗਰੇਟੇ ਸਿੰਘ ਹਨ। ਇੱਕ ਰਵਦਾਸੀਆ ਮਦਨ ਸਿੰਘ ਵੀਰ ਜੇ। ਤੇ ਇੱਕ ਭਾਈ ਮਦਨ ਸਿੰਘ ਜੀ ਹੈ ਜੋ ਰਵਦਾਸੀਏ ਸਿੰਘ ਹਨ। ਇਹ ਕੇਵਲ ਜਾਣਕਾਰੀ ਲਈ ਦੱਸੇ ਹੈ। ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦੇ ਕੇ ਜਾਤ ਪਾਤ ਗੋਤ ਸਭ ਨਾਸ ਕਰ ਦਿੱਤੀ। ਸੱਚੇ ਪਾਤਸ਼ਾਹ ਨੇ ਇੱਕ ਸਿੰਘ ਸੰਗਿਆ ਦਿੱਤੀ ਹੈ। ਗੱਡ ਮੈਂ ਸੁਚੇਤ ਭਏ ਲਾਖੋ ਦਲ ਦੇਖ ਲਏ। ਇਉਂ ਲੱਖਾਂ ਦੀ ਸੈਨਾ ਵੇਖ ਲਈ ਤੇ ਸਿੰਘ ਜਿਹੜੇ ਆ ਉਹ ਇੱਥੇ ਸਾਵਧਾਨ ਹੋ ਗਏ। ਜਿਹੜਾ ਹੈ ਗੜੀ ਦੇ ਅੰਦਰ ਇਉਂ ਸਿੰਘਾਂ ਨੇ ਸਾਵਧਾਨਤਾ ਕੀਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਿੰਘਾਂ ਨੂੰ ਫਿਰ ਗਰੀਬ ਨਵਾਜ ਜੀ ਇੱਥੇ ਸੰਬੋਧਨ ਹੋਏ ਹੈ। ਸ਼ਾਮ ਦਾ ਵਕਤ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਫਿਰ ਦੁਸ਼ੱਤੇ ਮਕਾਨ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹੈ। ਦੂਰ ਦੂਰ ਤੱਕ ਜਗਦੀਆਂ ਮਸ਼ਾਲਾਂ, ਫੌਜ ਦੇ ਲੱਗੇ ਹੋਏ ਤੰਬੂ, ਲਾਏ ਹੋਏ ਮੋਰਚੇ, ਦੂਰ ਤੱਕ ਟਿੱਡੀ ਦਲ ਵਾਂਗੂ ਬੇਸ਼ੁਮਾਰ ਜਿਵੇਂ ਸਮੁੰਦਰ ਫੈਲਿਆ ਹੁੰਦਾ ਹੈ, ਇਵੇਂ ਸਾਰੀ ਸੈਨਾ ਜਿਹੜੀ ਹੈ 10 ਲੱਖ ਫੌਜ ਤਾਂ ਜਿਹੜੀ ਉਹ ਦਿੱਲੀ ਤੋਂ ਚੜ੍ਹ ਕੇ ਆਈ ਤਾਜ਼ਾ ਦਮ, ਤੇ ਜਿਹੜੀ ਪਿੱਛੋਂ ਆਈ ਸੀਗੀ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹਾਰਾਜ ਦਾ ਪਿੱਛਾ ਕਰ ਰਹੇ ਸੀ, ਇਹ ਰੋਪੜ ਵਿੱਚ ਦੋਵਾਂ ਸੈਨਾਵਾਂ ਦਾ ਮਿਲਾਪ ਹੋਇਆ। ਤੇ ਇਹਨਾਂ ਨੂੰ ਫਿਰ ਸਤਿਗੁਰੂ ਜੀ ਦੀ ਜਿਵੇਂ ਕਨਸੋਹ ਮਿਲੀ ਤੇ ਇਹਨਾਂ ਨੇ ਚਮਕੌਰ ਸਾਹਿਬ ਵੱਲ ਨੂੰ ਆ ਕਰਕੇ ਜਿਹੜਾ ਸੀ ਘੇਰਾਬੰਦੀ ਕੀਤੀ ਹੈ। ਬਾਹਰ ਸਾਰੀ ਫੌਜ ਨੇ ਘੇਰਾਬੰਦੀ ਪਾ ਲਈ ਹੈ। ਸੂਰਜ ਜਿਹੜਾ ਹੈ ਉਹ ਅਸਤ ਹੋਇਆ। ਕੁਝ ਕੁ ਬਚਨ ਕਵਿਰਾਜ ਇਉਂ ਕਹਿੰਦੇ ਆ। ਮਹਾਨੀਚ ਪਾਪੀ ਕੂਰ ਲਾਪੀ ਦਗਾ ਕੀਨੋ ਜਿਮ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਉੱਪਰ ਬਹਾਨ ਇਹ ਨੀਚ ਕਰਮ ਕੀਤਾ ਹੈ। ਤੁਰਕਾਂ ਨੇ ਕੁਰਾਨ ਸ਼ਰੀਫ ਦੀ ਖਾਦੀ ਸਹੁੰ ਛੱਡ ਦਿੱਤੀ। ਸ਼੍ਰੀਮਦ ਭਾਗਵਤ ਗੀਤਾ ਦੀ ਤੇ ਗਊ ਦੀ ਆਨ ਹਿੰਦੂਆਂ ਨੇ ਛੱਡ ਦਿੱਤੀ। ਪਲਟੇ ਕੋ ਲਹਿ ਪੰਥ ਮੂਲ ਦੈ ਉਖਾਰ ਕੈ। ਮਹਾਰਾਜ ਨੇ ਕਿਹਾ ਕਿ ਮੇਰਾ ਜਿਹੜਾ ਪੰਥ ਵੈ ਉਹ ਇਹਨਾਂ ਕੋਲੋਂ ਐਸਾ ਹੁਣ ਬਦਲਾ ਲਵੇਗਾ ਕਿ ਇਹਨਾਂ ਦੀਆਂ ਅਸੀਂ ਮੂਲ ਜੜ੍ਹਾਂ ਹੀ ਖਾਲਸਾ ਜੀ ਪੁੱਟ ਦੇਾਂਗੇ। ਜੇਤੋ ਪੁਰਸ਼ਾਰਥ ਕਰੇਗੇ ਅਬ ਮਾਰਨ ਕੋ। ਮਹਾਰਾਜ ਜੀ ਨੇ ਕਿਹਾ, ਸੰਬੋਧਨ ਹੋਏ ਸੱਚੇ ਪਾਤਸ਼ਾਹ ਜੀ ਕਿ ਖਾਲਸਾ ਜੀ ਜਿੰਨਾ ਕਿ ਤੁਸੀਂ ਇਸ ਯੁੱਧ ਦੇ ਅੰਦਰ ਹੁਣ ਪੁਰਸ਼ਾਰਥ ਕਰੋਗੇ, ਵੀਰਤਾ ਦੇ ਨਾਲ ਲੜੋਗੇ ਤੇ ਤੋ ਰਾਜ ਭੋਗੋਗੇ ਜਨਮ ਨਿਜ ਧਾਰ ਕੈ। ਤੇ ਫਿਰ ਉਨੇ ਹੀ ਸੁਖ ਭੋਗੋਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਇੱਛਾ ਹੋਵੇਗੀ ਤੇ ਜਨਮ ਧਾਰ ਕੇ ਉਹ ਸਾਰੇ ਰਾਜਿਆਂ ਵਰਗੀਆਂ ਠਾਠਾਂ ਤੇ ਸੁਖ ਜਿਹੜੇ ਆ ਉਹ ਭੋਗ ਲਵੋਗੇ। ਕਾਮਨਾ ਕੋ ਪੂਰ ਹੋਏ ਮੇਰੇ ਕੋ ਜ਼ਰੂਰ ਮੋਹੇ। ਫਿਰ ਮਹਾਰਾਜ ਕਹਿੰਦੇ ਕਾਮਨਾ ਇੱਛਾ ਵੀ ਪੂਰੀ ਹੋਵੇਗੀ ਤੇ ਮੇਰੇ ਸਰੂਪ ਵਿੱਚ ਵੀ ਅਭੇਦ ਹੋ ਜਾਵੋਗੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ
ਖਾਲਸੇ ਨੂੰ ਮਹਾਰਾਜ ਸਾਹਿਬ ਜੀ ਪਹਿਲੀ ਰਾਤ ਗਰੀਬ ਨਵਾਜ ਜੀ ਸੰਬੋਧਨ ਹੋਏ ਹੈ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਜਦੋਂ ਦਿਨ ਦੀ ਫਿਜ਼ਾ ਚੜ੍ਹਦੀ ਹੈ, ਭਾਵ ਉਸ ਫਿਜ਼ਾ ਵਿੱਚ ਦਿਨ ਦਾ ਪ੍ਰਕਾਸ਼ ਹੁੰਦਾ ਹੈ, ਉਦੋਂ ਵੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਖਾਲਸੇ ਨੂੰ ਮਹਾਰਾਜ ਸੰਬੋਧਨ ਹੋ ਕਰਕੇ ਬਚਨ ਕੁਝ ਕਹੇ ਹੈ। ਉਹ ਸ਼ਾਇਦ ਕੱਲ ਨੂੰ ਇਹ ਜਿਹੜਾ ਹੈ ਉਹ ਆਵੇਗਾ, ਜਿਵੇਂ ਸੱਚੇ ਪਾਤਸ਼ਾਹ ਜੀ ਇਹ ਬਚਨ ਕਰ ਰਹੇ ਹਨ ਸਿੰਘਾਂ ਨਾਲ। ਰਾਖਹੁ ਹਜੂਰ ਜੋਰ ਬਿਦ ਨਿਰਵਾਰ ਕੈ। ਸਤਿਗੁਰੂ ਜੀ ਕਹਿੰਦੇ ਆਪਣੇ ਹਜੂਰ ਹਰ ਵੇਲੇ ਆਪਣੇ ਕੋਲ ਆਪਣੇ ਲੋਕ ਵਿੱਚ ਨਿਵਾਸ ਬਖਸ਼ਾਂਗੇ। ਜੁੱਧ ਕੇ ਸਮਾਨ ਤਪ ਜਗ ਕੋ ਵਿਧਾਨ ਨਹਿ। ਮਹਾਰਾਜ ਕਹਿੰਦੇ ਨੇ ਖਾਲਸਾ ਜੀ ਯੁੱਧ ਦੇ ਸਮਾਨ, ਧਰਮ ਯੁੱਧ ਦੇ ਬਰਾਬਰ ਕੋਈ ਤਪ ਨਹੀਂ ਹੈ ਸੰਸਾਰ ਦੇ ਅੰਦਰ। ਕਿਸੇ ਪ੍ਰਕਾਰ ਵੀ ਕੋਈ ਵਿਧੀ ਪੂਰਵਕ ਹੋਰ ਕੋਈ ਤਪ ਨਹੀਂ ਹੈ ਜਿੱਡਾ ਵੱਡਾ ਤਪ ਹੈ ਧਰਮ ਯੁੱਧ ਕਰਦਿਆਂ ਹੋਇਆਂ ਸ਼ਹੀਦ ਹੋ ਜਾਣਾ। ਏਕ ਘਟੀ ਬੀਚ ਦੋਨੋਂ ਲੋਕ ਲੈ ਸੁਧਾਰ ਕੈ। ਮਹਾਰਾਜ ਨੇ ਫਰਮਾਇਆ ਇੱਕ ਘੜੀ ਵਿੱਚ ਹੀ ਸ਼ਹਾਦਤ ਦੇ ਕਰਕੇ ਦੋਵੇਂ ਲੋਕ ਹੀ ਜਿਹੜੇ ਆ ਉਹ ਸੁਧਰ ਜਾਂਦੇ ਨੇ। 8 ਸਿੰਘ ਏਕ ਬਾਹੀ ਦੀਨੀ ਤਿਨ। ਮਹਾਰਾਜ ਜੀ ਨੇ 8 ਸਿੰਘਾਂ ਨੂੰ ਇੱਕ ਜਿਹੜੀ ਬਾਹੀ ਸੀ ਨਾ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੇਣਾ ਕੀਤੀ। ਇਉਂ ਇੱਕ ਬਾਹੀ ਤੇ 8 ਸਿੰਘ, ਇੱਕ ਬਾਹੀ ਤੇ 8 ਸਿੰਘ, ਚਾਰੇ ਬਾਹੀਆਂ ਦੇ ਉੱਤੇ 8 ਸਿੰਘ ਮਹਾਰਾਜ ਜੀ ਨੇ ਲਾ ਦਿੱਤੇ। 30 ਦੋਏ ਸਿੰਘ ਗਹਿ ਆਯੁੱਧ ਭੇ ਸਾਵਧਾਨ। ਤੇ ਇਉਂ 32 ਸਿੰਘ ਜਿਹੜੇ ਸੀ ਨਾ ਉਹ ਸ਼ਸਤਰ ਪਕੜ ਕੇ ਸਾਵਧਾਨ ਹੋ ਗਏ। ਕੋਠਾ ਸਿੰਘ ਏਕ ਔ ਮਦਨ ਸਿੰਘ ਦੋਨੋਂ ਕੋ। ਤੇ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਜੀ ਇਹਨਾਂ ਦੋਹਾਂ ਨੂੰ ਦੀਨੋ ਪੌਰ ਗਾਢੇ ਰਹੋ ਕੀਜੈ ਰਿਪ ਹੇਰਹਾਨ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਦਰਵਾਜ਼ਾ ਸੀਗਾ ਮੁੱਖ ਦਰਵਾਜ਼ਾ ਗੜੀ ਦਾ, ਸਤਿਗੁਰਾਂ ਜੀ ਨੇ ਉੱਥੇ ਇਹਨਾਂ ਦੀ ਜਿਹੜੀ ਹੈ ਡਿਊਟੀ ਲਾਈ ਹੈ, ਜ਼ਿੰਮੇਵਾਰੀ ਲਾਈ ਹੈ। ਜਿਵੇਂ ਫਿਰ ਇਹਨਾਂ ਵਿੱਚੋਂ ਜਿਵੇਂ ਕੋਈ ਸ਼ਹੀਦ ਹੁੰਦਾ ਹੈ ਤੇ ਭਾਈ ਜੈਤਾ ਜੀ ਦੀ ਵੀ ਉੱਥੇ ਸੇਵਾ ਲੱਗੀ ਹੈ। ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਨੂੰ ਥਾਂ ਥਾਈ ਜ਼ਿੰਮੇਵਾਰੀਆਂ ਸਤਿਗੁਰਾਂ ਜੀ ਨੇ ਸੌਂਪੀਆਂ ਹਨ। ਗਾਢੇ ਰਹੋ ਕੀਜੈ ਰਿਪ ਹੇਰਹਾਨ। ਮਹਾਰਾਜ ਕਹਿੰਦੇ ਪਕਿਆਈ ਦੇ ਨਾਲ ਕਵਾੜ ਦੇ ਉੱਤੇ ਖੜੇ ਰਹੋ, ਜਿਹੜਾ ਨੇੜਾ ਕਰੇ ਦੁਸ਼ਮਣ ਨਾਸ਼ ਕਰਦੇ ਹੋ। ਗੁਲ ਕਾ ਬਰੂਦ ਨਹਿ ਡਾਰੀਏ ਤੁਫੰਗ ਬੀਚ। ਸੱਚੇ ਪਾਤਸ਼ਾਹ ਜੀ ਮਹਾਰਾਜ ਆਗਿਆ ਕੀਤੀ ਕਿ ਜਿਹੜੀਆਂ ਕਿਉਂਕਿ ਕੁਝ ਜਿਹੜੀਆਂ ਬੰਦੂਕਾਂ ਸਨ ਜਾਂ ਇਸ ਪ੍ਰਕਾਰ ਕਿਉਂਕਿ ਬਰੂਦ ਗੋਲੀ ਸਿੱਕਾ ਬਹੁਤ ਥੋੜਾ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਦੋਂ ਕੋਈ ਦੁਸ਼ਮਣ ਬਹੁਤ ਜ਼ਿਆਦਾ ਨੇੜਾ ਕਰਨਾ ਕਰੇ ਤੇ ਉਸ ਸਮੇਂ ਕੀ ਕਰਨਾ ਕਰੋ। ਗੁਲ ਕਾ ਬਰੂਦ ਨਹਿ ਡਾਰੀਏ ਤੁਫੰਗ ਬੀਚ। ਤੇ ਬੰਦੂਕਾਂ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਗੋਲੀਆਂ ਤੇ ਬਰੂਦ ਜਿਹੜਾ ਹੈ ਨਾ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਸੀ ਕਲਾ ਇੱਥੇ ਵਰਤਾਈ ਹੈ। ਮਹਾਰਾਜ ਕਹਿੰਦੇ ਉਹ ਭਾਵੇਂ ਨਾ ਪਾਉਣਾ ਕਰਿਓ। ਤੋੜਾ ਦੇਹੋ ਭਾਂਡ ਛੁਟ ਹੈ ਨਾ ਸੰਕਠਾਨ। ਸ਼ੰਕਾ ਨਾ ਕਰਿਓ, ਤੋੜੇ ਤੇੜੇ ਪਲੀਥੇ ਤਖਾਇਓ। ਤੇ ਸਤਿਗੁਰੂ ਜੀ ਕਹਿੰਦੇ ਬੰਦੂਕਾਂ ਜਿਹੜੀਆਂ ਉਹ ਚੱਲਣਗੀਆਂ। ਦੋਨੋਂ ਸੁਤ ਦਇਆ ਸਿੰਘ ਸੰਤ ਸਿੰਘ ਪਾਸ ਰਾਖੇ। ਦੋਵੇਂ ਸੁਪੁੱਤਰ ਬਾਬਾ ਜੁਝਾਰ ਸਿੰਘ ਸਾਹਿਬ, ਬਾਬਾ ਅਜੀਤ ਸਿੰਘ ਸਾਹਿਬ, ਭਾਈ ਦਇਆ ਸਿੰਘ ਜੀ ਤੇ ਭਾਈ ਸੰਤ ਸਿੰਘ ਜੀ, ਇਹਨਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਕੋਲ ਮਹਾਰਾਜ ਜੀ ਨੇ ਰੱਖਣਾ ਕੀਤਾ। ਪਰਵਿਸ਼ੇ ਅਟਾਰੀ ਮਹਿ ਕਮਾਨ ਬਾਨ ਤਾਨ ਪਾਨ। ਸੱਚੇ ਪਾਤਸ਼ਾਹ ਜੀ ਅਟਾਰੀ ਦੇ ਅੰਦਰ ਆਪ ਗਰੀਬ ਨਵਾਜ ਜੀ ਪ੍ਰਵੇਸ਼ ਹੋਏ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਕਰ ਕਮਲਾਂ ਦੇ ਅੰਦਰ ਸਤਿਗੁਰਾਂ ਜੀ ਨੇ ਕਮਾਨ ਪਕੜਿਆ ਹੋਇਆ ਏ। ਆਲਮ ਮਰਗਿੰਦਰ ਔ ਮਾਨ ਸਿੰਘ ਦੋਨੋਂ ਵੀਰ। ਭਾਈ ਆਲਮ ਸਿੰਘ ਜੀ ਤੇ ਇਸ ਪ੍ਰਕਾਰ ਫਿਰ ਪੜੋ। ਆਲਮ ਮਰਗਿੰਦਰ ਔਰ ਮਾਨ ਸਿੰਘ ਦੋਨੋਂ ਵੀਰ। ਅਤੇ ਭਾਈ ਮਾਨ ਸਿੰਘ ਜੀ ਇਹ ਦੋਵੇਂ ਸੂਰਮੇ। ਫਿਰੈ ਚਾਰੋ ਔਰ ਸ਼ੁੱਧ ਸਭ ਕੀ ਰਖਨ ਕੋ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਆਗਿਆ ਦੇ ਨਾਲ ਇਹ 4 ਸਫੇਰੇ ਫਿਰਦੇ ਐ। ਭਾਈ ਮਾਨ ਸਿੰਘ ਜੀ ਤੇ ਭਾਈ ਆਲਮ ਸਿੰਘ ਜੀ ਸਾਰਿਆਂ ਦੀ ਖਬਰਸਾਰ ਸਤਿਗੁਰਾਂ ਜੀ ਨੂੰ ਦੇਣ ਵਾਸਤੇ, ਕਿਉਂਕਿ ਜਦੋਂ ਯੁੱਧ ਹੁੰਦਾ ਹੈ ਇੱਕ ਪਾਸੇ ਵੱਲ ਨੂੰ ਧਿਆਨ ਹੁੰਦਾ ਹੈ, ਇੱਕ ਬਾਹੀ ਨੂੰ ਹੀ ਉਧਰਲੀਆਂ ਫੌਜਾਂ ਲੜਦੀਆਂ ਨੇ, ਦੂਸਰੀ ਬਾਹੀ ਦਾ ਕੀ ਹਾਲ ਹੈ ਉਹ ਗਿਆਨ ਜਿਹੜਾ ਫਿਰ ਵਿੱਚ ਜਿਹੜੇ ਵਿਚਰਦੇ ਆ ਉਹ ਦਿੰਦੇ ਆ। ਇਹ ਭਾਈ ਮਾਨ ਸਿੰਘ ਜੀ ਤੇ ਇਸ ਪ੍ਰਕਾਰ ਭਾਈ ਆਲਮ ਸਿੰਘ ਜੀ, ਇਹਨਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਗਿਆ ਕੀਤੀ ਹੈ ਕਿ ਤੁਸੀਂ ਜਿਹੜਾ ਹੈ ਸਾਨੂੰ ਚੌਹਾਂ ਹੀ ਬਾਹੀਆਂ ਦਾ 4 ਸਫੇਰੇ ਦਾ
ਜੋ ਹਾਲ ਹੈ ਉਹਦੀ ਖਬਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਨੂੰ ਦੇਣੀ ਹੈ। ਗੁਰੂ ਆਗੇ ਸੀਸ ਦੀਨੇ ਕੀਨੇ ਪ੍ਰਾਣ ਸਭ ਹੂਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਸੀਸ ਭੇਟ ਕਰ ਦੇਣਾ ਹੈ, ਆਪਣੀ ਜਾਨ ਨਿਸ਼ਾਵਰ ਕਰ ਦੇਣੀ ਹੈ। ਸਭ ਦੇ ਮਨ ਦੇ ਅੰਦਰ ਐਸੀ ਇੱਛਾ ਹੈ। ਮਰਾਂਗੇ ਮਲੇਛਨ ਪ੍ਰਹਾਰ ਆਯੋਧਨ ਕੋ। ਤੇ ਮਰਾਂਗੇ, ਸ਼ਹੀਦ ਹੋਵਾਂਗੇ ਮਲੇਛਾਂ ਨੂੰ ਨਾਸ਼ ਕਰਕੇ। ਇਹ ਸਿੰਘਾਂ ਦੇ ਮਨ ਦਾ ਅਕੀਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਮੋਰਚਾਬੰਦੀ ਗਰੀਬ ਨਵਾਜ ਜੀ ਨੇ ਕਰ ਲਈ ਹੈ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਉਹ ਸੂਰਜ ਫਿਰ ਅਸਤ ਹੁੰਦਾ ਹੈ ਤੇ ਸਤਿਗੁਰੂ ਜੀ ਉਹ ਰਾਤ ਜਿਹੜੀ ਹੈ ਚਮਕੌਰ ਸਾਹਿਬ ਦੇ ਅੰਦਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਤੀਤ ਕਰਦੇ ਹੈ। ਤੇ ਉਹ ਰਾਤ ਕੈਸੀ ਹੈ, ਅੱਲਾ ਯਾਰ ਖਾਂ ਜੋਗੀ ਨੇ ਉਸ ਰਾਤ ਦਾ ਆਪਣੀ ਜਿਹੜੀ ਹੈ ਕਵਿਤਾ ਦੇ ਅੰਦਰ, ਆਪਣੀਆਂ ਨਜ਼ਮਾਂ ਦੇ ਅੰਦਰ ਬਹੁਤ ਸੁੰਦਰ ਤਸਵੀਰ ਖਿੱਚੀ ਹੈ ਉਸ ਰਾਤ ਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਿੰਘਾਂ ਨਾਲ ਗੱਲਬਾਤ ਕਰਦੇ ਐ, ਇਤਨੇ में मुखातब हुए सदगुरु गुरु गोबिंद, वह साबर साकर वह बहादुर गुरु गोबिंद, रस्ते में गोवा आए थे दो दुर गुरु गोबिंद। सच्चे पातशाह जी दो साहबजादे रस्ते दे अंदर भाव जिथे परिवार विछोड़ा होया है, सच्चे पातशाह जी महाराज दे नालों सारा परिवार विछड़ गया। केवल दो साहबजादे सतगुरां जी दे कोल ने। फरमाए वो सब से नहीं मौका जह गजब का, पूरा यही कल होगा इरादा मेरे रब का। अल्लाह यार खां जोगी लिखते है कि सतगुरु जी जानते है कि वाहिगुरु का जो हुक्म है कल दे समय जो कुछ इत्थे होवेगा, सच्चे पातशाह जी महाराज कहते वाहिगुरु जी का हुक्म जिहड़ा है भाणा जो है वो सिर मत्थे ते सच्चे पातशाह जी महाराज कहते प्रसन्न चित हो करके भाई सब ने मनना है। इउं सतगुरां जी ने बहुत ਸਿੰਘਾਂ ਨਾਲ बचन बिलास कीते है। ਜਦੋਂ सच्चे पातशाह जी दुछत्ते मुकाम ਦੇ ਉੱਪਰ ਆਏ ਹੈ ਤੇ ਸਤਿਗੁਰੂ ਜੀ ਨੇ ਆਲੇ ਦੁਆਲੇ ਆਪਣੀ ਨਿਗਾਹ ਫੇਰੀ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ। ਜਦੋਂ ਮਹਾਰਾਜ ਜੀ ਆਲੇ ਦੁਆਲੇ ਸਤਿਗੁਰੂ ਜੀ ਨਿਗਾਹ ਫੇਰ ਰਹੇ ਹੈ ਤੇ ਭਾਈ ਦਇਆ ਸਿੰਘ ਸਾਹਿਬ ਨੇ ਪੁੱਛਿਆ ਮਹਾਰਾਜ ਆਪ ਕੀ ਵੇਖਦੇ ਹੋ? ਹਜੂਰ ਨੇ ਕਿਹਾ ਜਿਸ ਖਿੱਤੇ में हम कहते थे आना ये वही है। ਸੱਚੇ ਪਾਤਸ਼ਾਹ ਕਹਿੰਦੇ ਨੇ ਖਾਲਸਾ ਜੀ ਜਦੋਂ ਅਸੀਂ ਤੁਹਾਨੂੰ ਕਿਹਾ ਕਰਦੇ ਸੀ ਕਿ ਅਸੀਂ ਇੱਕ ਇਹੋ ਜਿਹੇ ਥਾਂ ਤੇ ਆਉਣਾ ਹੈ ਜਿੱਥੇ ਖਾਲਸੇ ਦੇ ਉੱਤੇ ਪਰਖ ਦੀ ਘੜੀ ਆਵੇਗੀ, ਮਹਾਰਾਜ ਕਹਿੰਦੇ ਜੇ ਵਹੀ ਹੈ। कल को लुट के जिस जगह से जे है जाना ये वही है, जिस जहाँ पे है बच्चों को कटाना ये वही है। मट्टी कह दे रही है ठिकाना जे वही है, आकाश कह रहा है जगह जे वही है। सच्चे पातशाह जी कहते धरती आवाज दे रही है कि वो थां आ गया। धुरों आकाश तो आवाज़ां आ रही हैं कि वो थां आ गया है। सच्चे पातशाह जी महाराज चमकौर साहब दे अंदर जदों प्रवेश कीते है, अल्लाह यार खां जोगी ने उस समय दे भी सीन नूं बहुत सुंदर खिंचिया है कि जथा किले में उथारी थी सतगुरु की सवारी। जदों सच्चे पातशाह जी की सवारी आई है, वाहिगुरु की फतेह दिलेरों ने पुकारी, दिलेरा सूर बीरा ने वाहिगुरु जी की फतेह बुलाई है। वह हुम हुमा शेरों का वह आवाज़ थी भारी, ਉਹ ਸ਼ੇਰਾਂ ਦਾ ਬੋਲਣਾ ਆਵਾਜ਼ ਜਿਹੜੀ ਸੀ ਬੜੀ ਗੂੰਜ ਦੇ ਸਹਿਤ ਜਿਹੜਾ ਸੀ ਕਹਿੰਦੇ ਥਰ ਰਹਾ ਥਾ ਚਮਕੌਰ ਹੁਆ ਜਲ ਜਲਾ ਤਾਰੀ। ਉਸ ਸਮੇਂ ਕਹਿੰਦੇ ਉਹ ਲੱਗ ਰਿਹਾ ਸੀ ਜਿਵੇਂ ਆਲਾ ਦੁਆਲਾ ਹੀ ਕੰਬ ਰਿਹਾ ਹੋਵੇ, ਜਿਵੇਂ ਭੁਚਾਲ ਆ ਗਿਆ ਹੋਵੇ। ਇਹੋ ਜੀ ਕਹਿੰਦੇ ਸਿੰਘਾਂ ਨੇ ਉੱਚੀ ਗੱਜ ਕੇ ਜਿਹੜੀ ਫਤਿਹ ਬੁਲਾਈ ਹੈ, ਕਿਹੋ ਜੀ ਚੜ੍ਹਦੀ ਕਲਾ ਉਹਨਾਂ ਦੇ ਅੰਦਰ ਹੋਵੇਗੀ, ਕਿਹੋ ਜਿਹਾ ਮਰਦਾਨਾ ਦਿਲ ਅੰਦਰ ਧੜਕ ਰਿਹਾ ਹੋਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਥਾਵਾਂ ਥਾਵਾਂ ਤੇ ਸਿੰਘਾਂ ਦੀਆਂ ਜ਼ਿੰਮੇਵਾਰੀਆਂ ਭਾਵੇਂ ਲੱਗ ਗਈਆਂ ਸੀ, ਪਰ ਫਿਰ ਵੀ ਸਤਿਗੁਰਾਂ ਜੀ ਨੇ ਜਿਹੜਾ ਨਿਯਮ ਬਣਾਇਆ ਸੀਗਾ, ਕਿਉਂਕਿ ਦਿਨ ਚੜ੍ਹਦੇ ਨੂੰ ਲੜਾਈ ਹੋਣੀ ਹੈ, ਯੁੱਧ ਹੋਣਾ ਹੈ, ਇਸ ਕਰਕੇ ਭਾਈ ਦਇਆ ਸਿੰਘ ਸਾਹਿਬ ਆਦਿਕ ਹੋਰ ਸਿੰਘ ਭਾਵੇਂ ਪਹਿਰਾ ਦੇ ਰਹੇ ਸਨ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਸਮੇਂ ਆਗਿਆ ਕੀਤੀ ਕਿ ਖਾਲਸਾ ਜੀ ਅੱਜ ਅਸੀਂ ਪਹਿਰਾ ਦਿਆਂਗੇ ਤੇ ਜਿਹੜਾ ਹੈ ਤੁਸੀਂ ਸਭ ਆਰਾਮ ਕਰ ਲਓ। ਪਹਿਲਾਂ ਜਦੋਂ ਇਹ ਜ਼ਿਕਰ ਕੀਤਾ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਬੈਠਣ ਵਾਸਤੇ ਮਹਾਰਾਜ ਜੀ ਦੇ
ਸਿੰਘਾਂ ਨੇ ਜੋ ਕਾਠੀਆਂ ਘੋੜਿਆਂ ਦੀਆਂ ਜਿੱਥੇ ਸਜਾਈ ਦੀਆਂ ਉਹ ਜਿਹੜੇ ਵਸਤਰ ਹਨ ਉਹ ਸਤਿਗੁਰਾਂ ਜੀ ਵਾਸਤੇ ਵਿਛਾਏ ਹੈ। ਰਹਿਰਾਸ ਸਾਹਿਬ ਜੀ ਦਾ ਪਾਠ ਸਭ ਨੇ ਮਿਲ ਕਰਕੇ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਰਹਿਰਾਸ ਸਾਹਿਬ ਜੀ ਦੀ ਸੰਪੂਰਨਤਾ ਹੋਈ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪਣੇ ਨਿੱਜ ਸਰੂਪ ਵਿੱਚ ਮਗਨ ਹਨ। ਤੇ ਜਦੋਂ ਭਾਈ ਦਇਆ ਸਿੰਘ ਸਾਹਿਬ ਜੀ ਨੇ ਵੇਖਿਆ ਹੈ ਤੇ ਉਸ ਸਮੇਂ ਦੇ ਸੀਨ ਨੂੰ ਅੱਲਾ ਯਾਰ ਖਾਂ ਜੋਗੀ ਨੇ ਖਿੱਚਿਆ ਹੈ। ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਆਪਣਾ ਸੀਸ ਝੁਕਾ ਕੇ ਬੈਠੇ ਹੋਏ ਹੈ। ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ। ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਉਸ ਸਮੇਂ ਵਾਹਿਗੁਰੂ ਵਾਹਿਗੁਰੂ ਸ਼ਬਦ ਨਿਕਲ ਰਿਹਾ ਹੈ। ਤੂੰ ਹੀ ਤੂੰ, ਤੂੰ ਹੀ ਤੂੰ, ਮੂੰਹ ਸੇ ਨਿਕਲਤਾ। ਇਹ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਨਿਕਲ ਰਹੇ ਹੈ। ਰਹਿਰਾਸ ਸਾਹਿਬ ਜੀ ਦਾ ਪਾਠ ਕਰਕੇ ਸ਼ੁਕਰਾਨੇ ਵਜੋਂ ਅਰਦਾਸ ਕੀਤੀ ਹੈ। ਫਿਰ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ ਕਿ ਖਾਲਸਾ ਜੀ ਬਹੁਤ ਦੇਰ ਹੋ ਗਈ, ਤੁਸੀਂ ਆਰਾਮ ਨਹੀਂ ਕੀਤਾ। ਸਤਿਗੁਰੂ ਜੀ ਨੇ ਕਿਹਾ ਕਿ ਅੱਜ ਅਸੀਂ ਪਹਿਰਾ ਦੇਵਾਂਗੇ, ਤੁਸੀਂ ਸਾਰੇ ਆਰਾਮ ਕਰ ਲਓ। ਭਾਈ ਦਇਆ ਸਿੰਘ ਸਾਹਿਬ ਜੀ ਨੇ ਕਿਹਾ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ, ਅਸੀਂ ਆਰਾਮ ਕਰੀਏ ਤੇ ਆਪ ਪਹਿਰਾ ਦਿਓ। ਸਤਿਗੁਰੂ ਜੀ ਕਹਿੰਦੇ ਹਾਂ ਭਾਈ ਦਇਆ ਸਿੰਘ ਜੀ ਅੱਜ ਅਸੀਂ ਪਹਿਰਾ ਦੇਵਾਂਗੇ ਤੇ ਤੁਸੀਂ ਆਰਾਮ ਕਰੋ। ਸੱਚੇ ਪਾਤਸ਼ਾਹ ਜੀ ਦੇ ਹੁਕਮ ਅੱਗੇ ਵੇਰ ਨਹੀਂ ਸੀ। ਪਿਆਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਹਜੂਰ ਨੇ ਆਪਣੇ ਖਾਲਸੇ ਨੂੰ ਪਿਆਰ ਕੀਤਾ, ਕਿਸੇ ਪੀਰ ਪੈਗੰਬਰ ਨੇ ਆਪਣੀ ਉਮਤ ਨੂੰ ਇੰਨਾ ਪਿਆਰ ਨਹੀਂ ਦਿੱਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਪ ਪਹਿਰਾ ਦੇਣ ਲੱਗੇ ਹੈ ਤੇ ਉਸ ਸਮੇਂ ਦੇ ਹਾਲਾਤ ਅੱਲਾ ਯਾਰ ਖਾਂ ਜੋਗੀ ਨੇ ਲਿਖੇ ਹੈ। ਜਬ 1.5 ਘੜੀ ਰਾਤ ਗਈ ਜ਼ਿਕਰੇ ਖੁਦਾ में, ਖੈਮੇ ਸੇ ਨਿਕਲ ਆਏ ਸਰਕਾਰ ਹਵਾ में। ਸੱਚੇ ਪਾਤਸ਼ਾਹ ਜੀ ਨੂੰ ਜਦੋਂ 1.5 ਘੜੀ ਰਾਤ ਗੁਜ਼ਰੀ ਹੈ ਵਾਹਿਗੁਰੂ ਦੀ ਯਾਦ ਵਿੱਚ, ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਚਮਕੌਰ ਸਾਹਿਬ ਦਾ ਵਿਹੜਾ ਹੈ ਅੰਦਰ ਗੜੀ ਦਾ, ਸਤਿਗੁਰੂ ਜੀ ਉਸ ਗੜੀ ਦੇ ਅੰਦਰ ਮਹਾਰਾਜ ਬਾਹਰ ਆ ਗਏ ਹੈ। ਵਿਹੜੇ ਦੇ ਅੰਦਰ ਕਦਮੋਂ ਸੇ ਟਹਿਲਤੇ ਥੇ, ਮਹਾਰਾਜ ਕਦਮਾਂ ਨਾਲ ਟਹਿਲ ਰਹੇ ਹੈ। ਮਗਰ ਦਿਲ ਥਾ ਦੁਆ ਮੈਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਿਲ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹੋਇਆ ਹੈ। ਸਤਿਗੁਰੂ ਜੀ ਆਪਣੇ ਮੁਖ ਤੋਂ ਕੁਝ ਫਿਰ ਬਚਨ ਕਹਿੰਦੇ ਆ, ਬੋਲੇ ਯੂੰ ਖੁਦਾਵੰਦ ਹੂੰ ਖੁਸ਼ ਤੇਰੀ ਰਜਾ ਮੈਂ। हे ਵਾਹਿਗੁਰੂ ਮੈਂ ਤੇਰੀ ਰਜਾ ਵਿੱਚ ਖੁਸ਼ ਹਾਂ। ਕਰਤਾਰ ਸੇ ਕਹਤੇ ਥੇ ਗੋਇਆ रूबरू होकर, कल जाऊंगा चमकौर से मैं सुरखरू होकर। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਹੈ ਕਿ ਵਾਹਿਗੁਰੂ ਕੱਲ ਨੂੰ ਅਸੀਂ ਚਮਕੌਰ ਸਾਹਿਬ ਦੇ ਵਿੱਚੋਂ ਸੁਰਖਰੂ ਹੋ ਕਰਕੇ ਜਾਵਾਂਗੇ। ਭਾਵ ਕਿ ਸਤਿਗੁਰੂ ਜੀ ਜਾਣਦੇ ਆ ਕੱਲ ਨੂੰ ਜਾਨ ਤੋਂ ਪਿਆਰੇ ਸਿੰਘ ਇੱਥੇ ਸ਼ਹੀਦ ਹੋਣਗੇ। ਸਾਡੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ ਜੀ ਇਸ ਮੈਦਾਨੇ ਜੰਗ ਦੇ ਅੰਦਰ ਰਣ ਤੱਤੇ ਵਿੱਚ ਸ਼ਹੀਦ ਹੋਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਕੁਝ ਗਰੀਬ ਨਵਾਜ਼ ਜਾਣਦੇ ਐ। ਸੱਚੇ ਪਾਤਸ਼ਾਹ ਜੀ ਜਦੋਂ ਪਹਿਰਾ ਦਿੰਦੇ ਹੋਏ ਸਿੰਘ ਜਿੱਥੇ ਆਰਾਮ ਕਰ ਰਹੇ ਸੀ, ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਆਏ ਐ ਤੇ ਇਉਂ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ, ਜਿਨ ਸਿੰਘੋਂ ਨੇ कल मौत के साहिल था उतरना, कल सुबह था जिन खालसों ने जंग में मरना, बाली से वो शहीद को हुआ जब के गुजरना। सच्चे पातशाह जी महाराज जदों बाली कहंदे सरहाणे नूं, सरहाणे वल्लों महाराज जदों उन्हां शहीदां दे सूरबीरां दे सतगुरु जी लंघे है ते सच्चे पातशाह जी महाराज इउं ਸਿੰਘਾਂ ਨੂੰ प्यार करदे होए मुश्किल हुआ इस जां से कदम आगे को धरना। उस जगह तो कदम धरना अगे मुश्किल हो गया। सच्चे पातशाह जी महाराज गोडियां दे भार सतगुरु जी हो करके चुमा कभी हलकूम दहन चूमने बैठे। कदे सच्चे पातशाह जी मस्तक चुमिया, कदे सिंह दा गला चुमिया ते अल्लाह यार खां जोगी लिखदे आ, जब पदांती आए तो चरण चूमने बैठे। सच्चे पातशाह जी ਸਿੰਘਾਂ ਦੇ ਚਰਨਾਂ ਵੱਲ ਆਏ ਤੇ ਚਰਨਾਂ ਨੂੰ ਨਮਸਕਾਰ ਕੀਤੀ ਹੈ ਕਿ ਖਾਲਸਾ ਤੇਰੇ ਚਰਨ ਧੰਨ ਹਨ, ਜਿਨ੍ਹਾਂ ਨੂੰ ਤੂੰ ਕੱਲ ਨਾਲ ਮੈਦਾਨੇ ਜੰਗ ਦੇ ਅੰਦਰ ਛਾਲਾਂ ਭਰਦਿਆਂ ਹੋਇਆਂ ਧਰਮ ਵਾਸਤੇ ਸ਼ਹੀਦ ਹੋ ਜਾਣਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀਓਂ ਵੇਖਦੇ ਹੋਏ ਪਿਆਰ ਕਰਦੇ ਹੋਏ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜਦੋਂ ਅੱਗੇ ਆਏ ਹੈ ਤੇ ਸਤਿਗੁਰਾਂ ਜੀ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ
ਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਆਰਾਮ ਕਰ ਰਹੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਾਹਿਬਜ਼ਾਦਿਆਂ ਦੇ ਸਿਰਹਾਣੇ ਵਾਲੇ ਪਾਸੇ ਖੜੇ ਹੈ, ਉਦੋਂ ਕੀ ਸ਼ਬਦ ਹੈ? ਅੱਲਾ ਯਾਰ ਖਾਂ ਜੋਗੀ ਨੇ ਕਿਹਾ, ਮਾਸੂਮ ਹੋ ਮਜ਼ਲੂਮ ਹੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਵੱਲ ਵੇਖ ਕਰਕੇ ਕਹਿੰਦੇ ਹੈ, ਮਾਸੂਮ ਹੋ मजलूम हो दुनिया से भले हो, लखते दिल गोबिंद हो नाजों से पले हो, दुनिया हुई अंधेर जब आँखों से टले हो, घर बाहर लुटा बाप कटा तुम भी चले हो। सच्चे पातशाह जी महाराज जो साहबजादियां नूं संबोधन हो करके उस समय बचन कह रहे हैं, बच्चे इसी हालात में अभी सोए पड़े थे। सच्चे पातशाह जी दे फरजंद आराम कर रहे हैं। बाद दीदाए तार सतगुरु बाली पे खड़े थे। सच्चे पातशाह सराणे खड़े हुए है। गरीब नवाज सच्चे पातशाह जी इयों ये रात सतगुरां जी ने पहरा दे करके बतीत कीती है। भोर दा वक्त हो रहा सीगा। सच्चे पातशाह जी महाराज नूं इयों ਸਿੰਘਾਂ ਨਾਲ प्यार करदियां वेख करके भाई दया सिंह साहब ने हथ जोड़ के आख्या, महाराज आप ਸਿੰਘਾਂ दे चरनी हथ ला रहे हो, महाराज ये की लोड़ा मार रहे हो। सच्चे पातशाह जी महाराज ने आखिर वार बहुत ਸਿੰਘਾਂ ਨਾਲ प्यार किया। किसी का सिर जिहड़ा सी खिसकिया होया वो ठीक किया, किसी का डिग्गिया होया पल्ला जिहड़ा सी वो सतगुरां जी ने मुख ते धरिया। इउं गरीब नवाज सच्चे पातशाह जी ने वो रात जिहड़ी सी आप पहरे दे विच सतगुरां जी ने गुजारी। इन्ना प्यार किया क्योंकि कई दिन तो सतगुरां जी नूं भी हो गए कि आराम नहीं महाराज साहब जी ने किया। ते सच्चे पातशाह जी महाराज ने इउं जदों ਸਿੰਘਾਂ नाल प्यार करदिआं होइआं सतगुरां जी ने वो रात बतीत कीती। भोर दा वक्त होया, ਸਿੰਘਾਂ ने जिस तरह योग सीगा फिर आपो अपनी तैयारी कीती। सब ने ते समय बाणी दा जाप जिहड़ा सी वो आपो अपना नितनेम करना शुरू किया। गरीब नवाज सच्चे पातशाह जी महाराज आप भी ध्यान अस्थित सतगुरु जी हो बैठे। ते जिमें जिमें फिर भोर दा समा होया, सूरज जिमें अपनी आभा लैके चमकौर साहब दे इस नीले आसमान दे अंदर प्रतापमान हुंदा है, ते दिन चढ़दे दा ये महायुद्ध किवें आरंभ हुंदा है, किवें जिहड़े है सूबेदार सैना नूं जिहड़ा है दे करके हल्ला शेरी चमकौर साहब दे उत्ते चढ़ाई करन दा किवें आदेश दिंदे है। ਇਹ ਕੱਲ ਦੀ ਕਥਾ ਵਿੱਚ ਆਪਾਂ ਸਰਵਣ ਕਰਾਂਗੇ। ਭਾਵੇਂ ਕਿ ਹੁਣ ਇਹ ਦਿਹਾੜੇ ਜਿਹੜੇ ਆ 2 ਦਿਨ ਲਗਾਤਾਰ ਚੱਲ ਰਹੇ ਹੈ। ਅੱਜ ਉੱਥੇ ਜਿਹੜਾ ਹੈ ਚਮਕੌਰ ਸਾਹਿਬ ਜੋ ਮਹੱਲਾ ਕੱਢਿਆ ਜਾਂਦਾ ਹੈ, ਮਹੱਲਾ ਵੀ ਜਿਹੜਾ ਹੈ ਉਹ ਨਿਹੰਗ ਸਿੰਘਾਂ ਵੱਲੋਂ ਨੇਜਾਬਾਜੀ ਕੀਤੀ ਜਾਂਦੀ ਹੈ। ਤਕਰੀਬਨ 2-3 ਦਿਨ ਭਾਰੀ ਜੋੜ ਮੇਲਾ ਹੁੰਦਾ ਹੈ ਚਮਕੌਰ ਸਾਹਿਬ ਜੀ ਦੀ ਪਾਵਨ ਧਰਤੀ ਤੇ। ਆਪਾਂ 2 ਦਿਨਾਂ ਦੇ ਅੰਦਰ ਹੀ ਜਿਹੜਾ ਹੈ 94ਵੇਂ ਪ੍ਰਸੰਗ ਯੁੱਧ ਦੇ ਤੇ ਫਿਰ ਆਪਾਂ ਫਤਿਹਗੜ੍ਹ ਸਾਹਿਬ ਜੀ ਦਾ ਜੋ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਸਾਕਾ ਵਰਤਾਇਆ ਉਹ ਕਥਾ ਆਪਾਂ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਆਲਮ ਮਰਗਿੰਦਰ ਔਮਾਨ ਸਿੰਘ ਦੋਨੋਂ ਵੀਰ, ਫਿਰੈ ਚਾਰੋ ओर सुध सब की रखन को। गुरु आगे शीस दीने कीने प्राण सब हूने, मार गे मलेछ प्रहार आयुधन को। वाहिगुरु जी का खालसा वाहिगुरु जी की फतेह। अच्युत पार ब्रह्म अविनाशी अगनास, हे पूरन हे सर्व में दुख भंजन गुण तास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे हह पी होवन हार। हे संत कै सदा संग निधारा आधार। हे ठाकुर हूँ दासरो मैं निर्गुण गुण नहीं कोय। नानक दीजै नाम दान राख
ਕੋਹੀਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਮੰਦੇ ਗੁਰ ਪਾਰ ਉਤਾਰਨ ਹਾਰ। ਤਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ